ਪੰਜਾਬ ਪੁਆਇੰਟ ਦੇ ਵਿੱਚ ਅੱਜ ਗੱਲ ਕਰਾਂਗੇ ਪੰਜਾਬ 'ਚ ਕੁਝ ਸਮਾਂ ਪਹਿਲਾਂ ਨਿਬੜੀਆਂ ਚੋਣਾਂ ਦੀ। ਚੋਣਾਂ ਹੋ ਚੁੱਕੀਆਂ ਨੇ, ਲੋਕਾਂ ਨੇ ਆਪਣੇ ਘਰਾਂ ਤੋਂ ਨਿਕਲ ਕੇ ਵੋਟਾਂ ਪਾ ਦਿੱਤੀਆਂ ਨੇ। ਉਡੀਕ ਹੁਣ ਹੋ ਰਹੀ ਹੈ ਨਤੀਜਿਆਂ ਦੀ। ਨਤੀਜੇ ਕਿਹੋ ਜਿਹੇ ਆ ਸਕਦੇ ਨੇ? ਜੋ ਸੋਚਿਆ ਸੀ ਉਹਨਾਂ ਲੀਹਾਂ ਤੇ ਆਣਗੇ ਜਾਂ ਫਿਰ ਇਸ ਵਾਰ ਕੁਝ ਵੱਖਰਾ ਪੰਜਾਬ ਦੇ ਵਿੱਚ ਟ੍ਰੈਂਡ ਦਿਖਾਈ ਦੇ ਸਕਦਾ ਹੈ? ਬਹੁਤ ਵੱਡਾ ਸਵਾਲ ਹੈ ਕਿ 59 ਸੀਟਾਂ ਜਿਹੜੀਆਂ ਨੇ ਉਹ ਕਿਸੇ ਇੱਕ ਪਾਰਟੀ ਨੂੰ ਮਿਲ ਪਾਣਗੀਆਂ। ਸਵਾਲ ਇਹ ਹੈ ਕਿ ਆਪਣਾ ਪੰਜਾਬ ਦੇ ਜਿਹੜੇ ਲੋਕ ਨੇ ਉਹ ਇੱਕ ਕਲੀਅਰ ਮੈਂਡੇਟ ਜਿਹੜਾ ਵਰਡਿਕਟ ਹੈਗਾ ਕਿਸੇ ਇੱਕ ਪਾਰਟੀ ਨੂੰ ਦੇਣਗੇ। ਇਹ ਬਹੁਤ ਵੱਡਾ ਸਵਾਲ ਹੈ। ਉਹ ਇਸ ਕਰਕੇ ਕਿਉਂਕਿ ਇਸ ਵਾਰ ਵੋਟ ਫੀਸਦ ਜਿਹੜਾ ਹੈਗਾ ਪਰਸੈਂਟੇਜ ਹੈ ਉਹ ਘੱਟ ਹੈ। ਤਕਰੀਬਨ 5% ਵੋਟਾਂ ਘੱਟ ਪਈਆਂ। ਤੇ ਇਸ ਤੋਂ ਭਾਵ ਕੀ ਹੈ ਕਿ ਇਸ ਤੋਂ ਬਾਅਦ ਕੀ ਹੰਗ ਅਸੈਂਬਲੀ ਆਏਗੀ? ਗੱਠਜੋੜ ਦੀ ਸੰਭਾਵਨਾਵਾਂ, ਪੋਸਟ ਪੋਲ ਅਲਾਇੰਸਿਸ ਹੋ ਸਕਦੇ ਨੇ ਪੰਜਾਬ ਦੇ ਵਿੱਚ, ਕਿ ਕੁਝ ਨਵਾਂ ਹੀ ਟ੍ਰੈਂਡ ਜਿਹੜਾ ਪੰਜਾਬ 'ਚ ਦਿਖਾਈ ਦੇ ਸਕਦਾ ਹੈ। ਇਸ ਦੇ ਉੱਪਰ ਅੱਜ ਚਰਚਾ ਕਰਾਂਗੇ। ਤੇ ਚਰਚਾ ਜਿਹੜੀ ਹੈ ਤੁਹਾਡੇ ਨਾਲ ਸੰਬੰਧਿਤ ਹੈ, ਜੋ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪੰਜਾਬ 'ਚ ਸਰਕਾਰ ਕਿਸ ਦੀ ਬਣਨ ਜਾ ਰਹੀ ਹੈ। ਸੋ ਇਹ ਤੁਹਾਡੀ ਟੈਲੀਵਿਜ਼ਨ ਸਕਰੀਨ ਤੇ ਕੁਝ ਇੱਕ ਸੰਭਾਵਨਾਵਾਂ ਹੈਗੀਆਂ ਜਿਹੜੀਆਂ ਉਹ ਅਸੀਂ ਦਿਖਾ ਰਹੇ ਹਾਂ ਕਿ ਸਰਕਾਰ ਬਣਾਉਣ ਦੇ ਲਈ 59 ਸੀਟਸ ਦੀ ਲੋੜ ਹੈ। ਕਿਹੜੀ ਪਾਰਟੀ ਜਿਹੜੀ ਹੈ ਉਹ ਇਹ ਜਾਦੂਈ ਆંકੜਾ, ਮੈਜੀਕਲ ਫਿਗਰ ਜਿਹੜੀ ਹੈ ਉਹ ਹਾਸਿਲ ਕਰੇਗੀ? ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਰਕਾਰ ਬਣਾਏਗੀ ਜਾਂ ਫਿਰ ਕਾਂਗਰਸ ਦੇ ਲੋਕ ਦੁਬਾਰਾ ਤੋਂ ਭਰੋਸਾ ਜਤਾਉਣਗੇ? ਕਾਂਗਰਸ ਕਿਉਂਕਿ ਸੱਤਾਧਾਰੀ ਪਾਰਟੀ ਹੈ ਮੌਜੂਦਾ ਸਮੇਂ ਦੇ ਵਿੱਚ, ਪਰ ਕੀ ਅਕਾਲੀ ਬਸਪਾ ਇਹਨਾਂ ਦੀ ਕਿਸਮਤ ਚਮਕੇਗੀ? ਸਵਾਲ ਇਹ ਵੀ ਖੜਾ ਹੁੰਦਾ ਹੈ ਕਿ SSM ਨੂੰ ਲੋਕਾਂ ਦਾ ਸਮਰਥਨ ਮਿਲੇਗਾ? ਇਹ ਬਹੁਤ ਸਾਰੇ ਫੈਕਟਰਸ ਹੈਗੇ, ਪਰ ਸਰਕਾਰ ਕਿਵੇਂ ਬਣੇਗੀ? ਕੀ ਪੰਜਾਬ 'ਚ ਕੋਈ ਮਹਾਗਠਜੋੜ ਜਾਂ ਕੋਈ ਹੋਰ ਗੱਠਜੋੜ ਦੀ ਸੰਭਾਵਨਾ ਹੈਗੀ ਹੈ? ਕਿਉਂਕਿ 59 ਸੀਟਸ ਚਾਹੀਦੀਆਂ ਨੇ। ਜੋ ਇਸ ਨੂੰ ਲਏਗਾ, ਇਸ ਨੂੰ ਕ੍ਰਾਸ ਕਰੇਗਾ, ਸਰਕਾਰ ਉਹੀ ਬਣਾਏਗਾ। ਤੇ 59 ਸੀਟਸ ਬਣਨਗੀਆਂ ਕਿਵੇਂ? ਇਹ ਆંકੜੇ ਤੱਕ ਪਹੁੰਚਿਆ ਕਿਵੇਂ ਜਾਏਗਾ? ਕੌਣ ਜਿਹੜੇ ਹੈ ਉਮੀਦਵਾਰ ਇਕੱਠੇ ਹੋ ਸਕਦੇ ਆ, ਪਾਰਟੀਆਂ ਇਕੱਠੀਆਂ ਹੋ ਸਕਦੀਆਂ, ਜਾਂ ਇੰਡੀਪੈਂਡੈਂਟਸ ਨੂੰ ਲਿੱਤਾ ਜਾ ਸਕਦਾ ਹੈ? ਬਹੁਤ ਸਾਰੇ ਜਿਹੜੇ ਇਸ ਵਾਰ ਚਰਚਾ ਹੈਗੀਆਂ ਨੇ। ਇਸੇ ਕਰਕੇ ਅੱਜ ਚਰਚਾ ਰੱਖਾਂਗੇ ਤੇ ਖਾਸ ਤੌਰ ਤੇ ਮਹਿਮਾਨ ਸਾਡੇ ਨਾਲ ਜੁੜ ਗਏ ਨੇ। ਆਮ ਆਦਮੀ ਪਾਰਟੀ ਤੋਂ ਅਮਰਦੀਪ ਰਾਜਨ ਜੀ, ਸ਼੍ਰੋਮਣੀ ਅਕਾਲੀ ਦਲ ਤੋਂ ਹਰਜੀਤ ਸਿੰਘ ਭੁੱਲਰ ਸਾਹਿਬ, ਭਾਰਤੀ ਜਨਤਾ ਪਾਰਟੀ ਤੋਂ ਦੀਵਾਨ ਅਮਿਤ ਅਰੋੜਾ ਜੀ, ਕਾਂਗਰਸ ਪਾਰਟੀ ਤੋਂ ਵਿਨੋਦ ਭਾਰਤੀ ਜੀ, ਕਿਸਾਨ ਆਗੂ ਸਾਡੇ ਨਾਲ ਸੰਤੋਖ ਸਿੰਘ ਜੀ ਜੁੜੇ ਨੇ, ਐਕਸਪਰਟ ਦੇ ਤੌਰ ਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਔਨ ਦਿਸ ਇਸ਼ੂ ਕਿ ਪੰਜਾਬ 'ਚ ਸਰਕਾਰ ਇਸ ਵਾਰ ਕਿਸ ਪੈਟਰਨ ਤੇ ਬਣਦੀ ਹੋਈ ਤੁਸੀਂ ਦੇਖ ਰਹੇ ਹੋ, ਉਸ ਤੋਂ ਬਾਅਦ ਆਪਾਂ ਫਿਰ ਜਿਹੜਾ ਚਰਚਾ ਵੱਖ-ਵੱਖ ਪਾਰਟੀਆਂ ਦੇ ਕੋਲ ਜਾ ਕੇ ਕਰਾਂਗੇ। ਕਿਸ ਤਰੀਕੇ ਦੇ ਨਾਲ ਵੇਖਦੇ ਹੋ ਜਿਹੜਾ ਵੋਟਿੰਗ ਪਰਸੈਂਟੇਜ ਹੈਗਾ, ਕੀ ਇੰਡੀਕੇਟ ਕਰ ਰਿਹਾ, ਇਸ਼ਾਰਾ ਕਿਸ ਵੱਲ ਕਰ ਰਿਹਾ? ਸਰਕਾਰ ਕਿਸੇ ਇੱਕ ਪਾਰਟੀ ਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਨੂੰ? ਦੇਖੋ, ਜਿਹੜਾ ਪਾਰਟੀਆਂ ਦਾ ਰਾਜਨੀਤਿਕ ਸੰਕਟ ਪੰਜਾਬ ਦੇ ਵਿੱਚ ਗੌਰਵ ਜੀ ਪਿਛਲੇ 5 ਸਾਲਾਂ ਤੋਂ ਦੇਖਣ ਨੂੰ ਮਿਲਿਆ, ਉਹ ਜਾਰੀ ਹੈ ਔਰ ਜਾਰੀ ਰਹੂਗਾ ਜਦ ਤੱਕ ਪੰਜਾਬ ਨੂੰ ਸਹੀ ਮਾਅਨਿਆਂ 'ਚ ਉਹਨਾਂ ਦੀ ਹਰਮਨ ਪਿਆਰੀ ਰਹਿਨਮਾਈ ਦੇ ਵਿੱਚ ਕਿਸੇ ਪਾਰਟੀ 'ਚ ਜਾਂ ਕੋਈ ਵੀ ਜਾਂ ਗਰੁੱਪ ਆਫ ਪੀਪਲ ਦੇ ਵਿੱਚ ਉਹਨਾਂ ਨੂੰ ਨੁਮਾਇੰਦਗੀ ਨਹੀਂ ਮਿਲ ਜਾਂਦੀ, ਸਰਕਾਰ ਨਹੀਂ ਮਿਲ ਜਾਂਦੀ। ਪਿਛਲੀ ਵਾਰੀ ਐਡਾ ਤੂਫਾਨ ਆਮ ਆਦਮੀ ਪਾਰਟੀ ਦਾ ਚੜ੍ਹਿਆ ਸੀ ਤੇ ਖੁਦ ਸਾਰੇ ਵਿੱਚੇ ਕਾਂਗਰਸੀ ਜਿਹੜੇ ਇਹ ਸੋਚ ਰਹੇ ਸੀ ਕਿ ਰੱਬ ਦਾ ਵਾਸਤਾ ਕਿਤੇ 57 ਆ ਜੇ, ਇੱਕ ਦੋ ਖਿੱਚ ਭੂ ਕੇ ਅਸੀਂ ਸਰਕਾਰ ਬਣਾ ਜਾਵਾਂਗੇ, ਤੇ 77 ਤੇ ਜਾ ਪਹੁੰਚੇ ਸੀ ਤੇ ਇਹ ਹਾਰ ਗਏ। ਹੁਣ ਉਹੀ ਜਿਹੜੀ ਸੰਕਟ ਹੈਗਾ, ਤੁਸੀਂ ਦੇਖੋ ਕਦੀ ਚੀਫ ਮਿਨਿਸਟਰ ਨੂੰ ਇੰਜ ਕਿਸੇ ਨੇ ਕੱਢਿਆ ਸੀਗਾ, ਕਿਸੇ ਨੂੰ ਮਤਲਬ ਵਿਚਾਲੇ। ਇਹ ਸੰਕਟ ਦੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਇਹੀ ਕਹਿਣਾ ਕਿ 111 ਦਿਨਾਂ ਦੀ ਸਰਕਾਰ ਨੂੰ ਲੈ ਕੇ ਕਾਂਗਰਸ ਮੈਦਾਨ ਦੇ ਵਿੱਚ ਉਤਰੀ। ਅਕਾਲੀ ਕਦੀ ਵੀ ਮੇਰਾ ਖਿਆਲ ਇੰਨੀਆਂ ਘੱਟ ਸੀਟਾਂ ਨਹੀਂ, 15 ਸੀਟਾਂ 'ਤੇ ਸਮੇਟੇ ਗਏ। ਇਹ ਉਹਨਾਂ ਦਾ ਵੀ ਇਤਿਹਾਸ ਹੋਊ। ਇਸ ਕਿਸਮ ਦੀ ਅਫਰਾ ਤਫਰੀ, ਉਥੜ ਪੁੱਥੜ ਹੁਣ ਵੀ 10 ਮਾਰਚ ਨੂੰ ਤੁਹਾਨੂੰ ਦੇਖਣ ਨੂੰ ਮਿਲੂਗੀ। ਕਿਉਂਕਿ ਜੇ ਆਪਾਂ ਕਹਾਂਗੇ ਐਪੀਸੋਡਿਕ ਕਿ ਸਡਨਲੀ ਪਤਾ ਨਹੀਂ 10 ਮਾਰਚ ਨੂੰ ਕਿਹੜਾ ਸੱਪ ਪਟਾਰੀ 'ਚੋਂ ਨਿਕਲ ਆਉਣਾ, ਕੁਛ ਨਹੀਂ ਹੈ। ਉਸੇ ਤਰ੍ਹਾਂ ਦਾ ਸੰਕਟ ਜਾਰੀ। ਇਹ ਸੰਕਟ ਇਸ ਕਰਕੇ ਨਹੀਂ ਕਿ ਪਾਰਟੀਆਂ ਦੀ ਆਪਣੀ ਹਾਲਤ ਬਹੁਤ ਖਸਤਾ ਹੋ ਗਈ, ਇਸ ਕਰਕੇ ਵੀ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਥੱਲਿਓਂ ਕੋਈ ਚੰਗੀ ਕਿਸਮ ਦਾ ਸੋਲਿਡ ਉਹਨਾਂ ਨੂੰ ਪਸੰਦ ਆਇਆ ਬਦਲ ਚਾਹੁੰਦੇ ਆ। ਕਦੀ ਉਹ ਫਿਰ ਤੋਂ ਬਾਰ-ਬਾਰ ਝਾੜੂ ਵੱਲ ਜਾਂਦੇ ਆ। ਜਦ ਝਾੜੂ ਵੱਲ ਜਾਂਦੇ ਹੈਗੇ ਆ, ਜਿਸ ਤਰ੍ਹਾਂ ਐਤਕੀ ਵੀ ਬਹੁਤ ਜ਼ਿਆਦਾ ਖਰਚਾ ਵੀ ਕੀਤਾ ਗਿਆ ਸਾਰਾ ਆਭਾਰ, ਪਰ ਜੋ ਜ਼ਰੂਰਤਾਂ ਧਰਾਤਲ ਦੀਆਂ ਰਾਜਨੀਤਿਕ ਲੋਕਾਂ ਦੀਆਂ ਹੈਗੀਆਂ ਉਹ ਇਹ ਪਾਰਟੀ ਜਦੋਂ ਪੂਰੀ ਨਹੀਂ ਕਰਦੀ ਤੇ ਪਿੱਛੇ ਨੂੰ ਡਿੱਗ ਪੈਂਦੀ ਹੈ। ਹੁਣ ਜੇ ਮੈਨੂੰ ਕਨਕਲੂਡਿੰਗ ਪਾਰਟ ਪੁੱਛੋ, ਜਿਹੜਾ ਕਿ ਤੁਹਾਡੀ ਕਿਉਰਿਓਸਿਟੀ ਹੋਊਗੀ, ਬਹੁਤ ਸਾਰੇ ਲੋਕਾਂ ਦੀ ਵੀ ਹੋਊਗੀ, ਮੈਨੂੰ ਨਹੀਂ ਲੱਗਦਾ ਕੋਈ ਵੀ ਪਾਰਟੀ ਮੈਜੋਰਿਟੀ, ਕਲੀਅਰ ਮੈਜੋਰਿਟੀ 'ਚ ਆ ਰਹੀ ਹੈ। ਰੀਜ਼ਨ ਵਾਈ? ਉਹਦਾ ਇਹ ਹੈ ਕਿ ਜਿੰਨੀ ਚੜ੍ਹਾਈ ਆਪ ਨੇ ਕੀਤੀ ਸੀਗੀ, ਹਵਾ ਬਣਾਈ ਸੀ, ਇਹ ਹਵਾਈ ਪਾਰਟੀ ਹੈਗੀ, ਹਵਾ ਬਣਾ ਲੈਂਦੀ ਹੈ, ਸਿਸਟਮੈਟਿਕ ਬੜਾ ਆਰਡਰਲੀ ਚੱਲਦੇ ਆ, ਕਿਉਂਕਿ ਸੈਂਟਰਲਾਈਜ਼ਡ ਕੰਟਰੋਲ ਆ, ਇੱਕ ਬੰਦੇ ਦਾ ਕੰਟਰੋਲ ਆ। ਜਿੰਨਾ ਕੰਟਰੋਲ ਸੈਂਟਰਲਾਈਜ਼ਡ ਹੋਊਗਾ ਉਨਾ ਹੀ ਇੱਕ ਆਰਡਰ ਵੀ ਇਸਟੈਬਲਿਸ਼ ਕਰਨਾ ਸੌਖਾ ਹੁੰਦਾ। ਪਰ ਉਹਦੀ ਕਮਜ਼ੋਰੀ ਇਹ ਹੈ ਕਿ ਥੱਲੇ ਬੰਦੇ
ਉਂਝ ਹੀ ਜਿਹੜੇ ਬਾਹਰੋਂ ਆ ਕੇ 700 ਬੰਦਾ ਇੱਥੇ ਲਿਆਂਦਾ ਸੀਗਾ ਤਨਖਾਹ ਦੇ ਉੱਤੇ ਪੰਜਾਬ ਦੇ ਅੰਦਰ, ਉਹ ਸਾਰੀ ਚੋਣ ਨੂੰ ਕੇਟਰ ਕਰ ਰਹੀ ਪਾਰਟੀ ਨਹੀਂ ਸੀ। ਤੇ ਉਹ ਜਦੋਂ ਹਵਾ ਦੇ ਨਾਲ ਚੱਲਦੇ ਆ ਤੇ ਜੇ ਕੋਈ ਮਾੜਾ ਜਿਹਾ ਪੰਚਰ ਤੁਰੇ ਤੁਰੇ ਜਾਂਦਾ ਕਰਦੇ ਤੇ ਉਹ ਗੁਬਾਰਾ ਠੁੱਸ ਹੁੰਦਾ। ਇਹ ਐਤਕੀ ਵੀ ਉਹਨਾਂ ਨੂੰ 3-4 ਕਿਸਮ ਦੀਆਂ ਚੁਣੌਤੀਆਂ ਪਈਆਂ, ਜਿਹਦੇ ਕਰਕੇ ਹਵਾ ਨਿਕਲੀ। ਰਾਮ ਰਹੀਮ, ਅਚਾਨਕ ਦੀਪ ਸਿੱਧੂ ਦੀ ਮੌਤ, ਸੰਯੁਕਤ ਸਮਾਜ ਮੋਰਚੇ ਦਾ ਮੈਦਾਨ 'ਚ ਨਿਕਲ ਆਉਣਾ ਤੇ ਅਖੀਰ ਦੇ ਵਿੱਚ ਪ੍ਰਧਾਨ ਮੰਤਰੀ ਦਾ ਮੋਦੀ ਦਾ ਡਟ ਕੇ 3-4 ਰੈਲੀਆਂ ਜਿਹੜੀਆਂ ਕਰ ਜਾਣਾ। ਇਹ 4 ਫੈਕਟਰ ਜਿਹੜੇ ਉਹਨਾਂ ਦੀ ਹਵਾ ਨੂੰ ਜਾਂ ਬੈਕਫੁੱਟ ਤੇ ਲੋਕ ਸੋਚ ਰਿਹਾ ਕਿ ਉਹਨੂੰ ਕੀਤਾ। ਪੈਸਾ ਵੰਡਣਾ ਸ਼ਰਾਬ ਤੇ ਹਰ ਵਾਰੀ ਦਾ ਉਹਨੂੰ ਕਾਮਨ ਫੈਕਟਰ ਸਮਝ ਲਓ, ਉਹਨੇ ਵੀ ਮਾੜਾ ਮੋਟਾ ਅਸਰ ਕੀਤਾ। 4 ਫੈਕਟਰ ਜਿਹੜੇ ਤੁਸੀਂ ਮੇਨ ਗਿਣਾਏ ਹੈਗੇ। ਅਮਰਦੀਪ ਰਾਜਨ ਜੀ, ਹਵਾ ਦਾ ਬੁਲਬੁਲਾ ਸੀਗਾ, ਉਹ ਜਿਹੜਾ ਹੈਗਾ ਬੁਲਬੁਲਾ ਖਤਮ ਹੋ ਗਿਆ। ਇੱਕ ਹਵਾ ਦਾ ਬੁਲਬੁਲਾ ਹੀ ਸੀਗਾ ਆਮ ਆਦਮੀ ਪਾਰਟੀ ਦਾ 2017 ਵਿੱਚ ਵੀ, ਹਵਾ ਦਾ ਬੁਲਬੁਲਾ ਹੀ ਸੀਗਾ 2022 ਦੇ ਵਿੱਚ ਵੀ, ਜਿਹੜਾ ਕਿ ਬਾਹਰੋਂ ਲੋਕਾਂ ਨੂੰ ਲਿਆ ਕੇ ਬਣਾਇਆ ਗਿਆ ਤੇ ਅਲਟੀਮੇਟਲੀ 65 ਸੀਟਾਂ ਦੂਰ ਦੀ ਗੱਲ ਹੈ, ਸ਼ਾਇਦ ਅੰਕੜਾ ਵੀ 59 ਦਾ ਪੂਰਾ ਨਾ ਹੋ ਸਕੇ। ਡੂ ਯੂ ਐਗਰੀ ਵਿਦ ਦਿਸ? ਦੇਖੋ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਉਣਾ, ਸਾਰੇ ਪੈਨਲਿਸਟ ਨੂੰ। ਸਾਡੇ ਜੋ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਆਪਣੇ ਮਾਹਰ ਵਿਚਾਰ ਰੱਖਿਆ, ਕਿਉਂਕਿ ਮੈਨੂੰ ਲੱਗਦਾ ਮੈਂ ਇਹਨਾਂ ਨੂੰ ਸ਼ਾਇਦ ਪਿੱਛੇ ਜੇ ਦੇਖਣਾ ਸ਼ੁਰੂ ਕੀਤਾ ਸੀਗਾ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਰਿਪਰੈਜ਼ੈਂਟ ਕਰਦੇ ਸੀ। ਸ਼ਾਇਦ ਅੱਜ ਫਿਰ ਜਦੋਂ ਪਤਾ ਲੱਗਿਆ ਕਿ ਸੰਯੁਕਤ ਸਮਾਜ ਮੋਰਚੇ ਨੂੰ ਨਹੀਂ ਹੋਇਆ ਤੇ ਫੇਲ ਹੋ ਗਏ, ਅੱਜ ਫਿਰ ਲੱਗਦਾ ਐਨਾਲਿਸਟ ਬਣ ਕੇ ਆਏ ਹੋਏ। ਚਲੋ ਇਹ ਗੱਲਾਂ ਬਾਅਦ ਚ ਕਰਾਂਗੇ ਕਹਿਣਾ। ਤੇ ਹਾਂਜੀ, ਮੈਂ ਕਹੂੰਗਾ ਕਿ ਮਤਲਬ ਕਿ ਜੋ ਪਿਛਲੀ ਵਾਰ ਤੁਸੀਂ ਕਹਿੰਦੇ ਹਵਾ ਦਾ ਬੁੱਲਾ ਸੀ, ਤੇ ਉਹ ਪਿਛਲੇ ਵਾਰੀ ਵੀ ਹਵਾ ਦਾ ਬੁੱਲਾ ਨਹੀਂ ਸੀ। ਪਿਛਲੇ ਵਾਰ ਇਹ ਲੋਕ ਕਾਮਯਾਬ ਹੋ ਗਏ ਸੀਗੇ। ਜਿਹੜੀਆਂ ਇਹਨਾਂ ਨੇ ਲਾਸਟ ਤੇ ਪ੍ਰੋਫੈਸਰ ਸਾਹਿਬ ਨੇ 4 ਗੱਲਾਂ ਦੱਸੀਆਂ, ਵੀ ਚਾਹੇ ਉਹ ਆਪਣਾ ਡੇਰਾਵਾਦ ਨੂੰ ਲੈ ਲਈਏ, ਚਾਹੇ ਦੀ ਮੋਦੀ ਨੂੰ ਲੈ ਲਈਏ, ਚਾਹੇ ਦੀਪ ਸਿੱਧੂ ਨੂੰ ਲੈ ਲਈਏ। ਪਰ ਇਸ ਵਾਰ ਲੋਕ ਬੜੇ ਸਮਝਦਾਰ ਹੋ ਚੁੱਕੇ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੀਆਂ ਪਾਰਟੀਆਂ, ਇਹ ਸਿਆਸੀ ਪਾਰਟੀਆਂ ਇਹੋ ਜਿਹਾ ਕੁਝ ਕਰਨਗੀਆਂ, ਤੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਮਨ ਬਣਾ ਚੁੱਕੇ ਸੀਗੇ ਕਿ ਅਸੀਂ ਮਤਲਬ ਕਿ ਇਸ ਵਾਰ ਇੱਕ ਮੌਕਾ ਦੇਣਾ ਕੇਜਰੀਵਾਲ ਭਗਵੰਤ ਮਾਨ ਜੀ ਨੂੰ। ਤਾਂ ਉਹਨਾਂ ਨੇ ਐਂਡ ਤੱਕ ਇਹਨਾਂ ਦੀ ਇੱਕ ਵੀ ਨਹੀਂ ਚੱਲੀ, ਤੇ ਲਾਸਟ ਮੂਮੈਂਟ ਤੇ ਆ ਕੇ ਜੋ ਇੱਕ ਇਨਸੀਡੈਂਸ ਹੁੰਦਾ ਦੀਪ ਸਿੱਧੂ ਜੀ ਵਾਲਾ, ਤੇ ਉਹਦੇ ਵਿੱਚ ਵੀ ਇਹਨਾਂ ਨੂੰ ਐਂ ਲੱਗਿਆ ਵੀ ਅਸੀਂ ਕਾਮਯਾਬ ਹੋ ਗਏ, ਪਰ ਉਸ 'ਚ ਵੀ ਇਹ ਕਾਮਯਾਬ ਨਹੀਂ ਹੋਏ। ਇਸ ਵਾਰ ਜਿਹੜੀ ਵੇਵ ਚੱਲੀ ਪੰਜਾਬ ਦੇ ਵਿੱਚ ਬੜੀ ਮਜ਼ਬੂਤੀ ਨਾਲ ਚੱਲੀ, ਤੇ 10 ਮਾਰਚ ਨੂੰ ਤੁਹਾਨੂੰ ਰਿਜ਼ਲਟ ਆਉਣਗੇ ਕਿ ਜਿਹੜੀਆਂ ਸਾਨੂੰ 70+ ਸੀਟਾਂ ਪੰਜਾਬ ਦੇ ਵਿੱਚ ਆਉਣਗੀਆਂ। ਰਾਜਨ ਜੀ, ਆ ਜਿਹੜੇ 4 ਫੈਕਟਰ ਪ੍ਰੋਫੈਸਰ ਸਾਹਿਬ ਨੇ ਗਿਣਾਏ ਆ, ਤੁਹਾਡਾ ਕਹਿਣ ਦਾ ਭਾਵ ਹੈ ਕਿ ਚਾਰੋਂ ਦੇ ਚਾਰੋਂ ਨੇ ਕੋਈ ਕੰਟਰੀਬਿਊਟ ਨਹੀਂ ਕੀਤਾ ਟੂ ਡੈਂਟ ਯੂਰ ਪਾਰਟੀ? ਉਹਦਾ ਸਾਨੂੰ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹਦਾ। ਜਸਟ ਆਪਦੀ ਆਪਣੀ ਇਮੇਜ ਬਚਾਉਣ ਦੇ ਲਈ ਉਹ ਸ਼੍ਰੋਮਣੀ ਅਕਾਲੀ ਦਲ ਨੇ ਜੋ ਡੇਰਾਵਾਦ ਦਾ ਫਾਇਦਾ ਲਿਆ, ਉਹ ਸਾਰੇ ਪੰਜਾਬ ਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਦੀ ਹੈ। ਜਿੱਥੇ ਕਹਿੰਦੇ ਸੀ ਪੰਥਕ ਪਾਰਟੀਆਂ ਸੀ, ਅੱਜ ਫਿਰ ਉਹ ਡੇਰਾਵਾਦ ਵੱਲ ਚੱਲ ਪਏ, ਤੇ ਇਸ ਕਰਕੇ ਉਹਦਾ ਆਮ ਆਦਮੀ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਬੀਜੇਪੀ ਆਪਣੀ ਸਾਖ ਬਚਾਉਂਦੀ, ਸ਼੍ਰੋਮਣੀ ਅਕਾਲੀ ਦਲ ਆਪਣੀ ਸਾਖ ਬਚਾਉਂਦੀ, ਪਿੱਛੇ ਉਹਨਾਂ ਨੇ ਵੋਟ ਸ਼ੇਅਰ ਲੈਣ ਦੀ ਕੋਸ਼ਿਸ਼ ਕੀਤੀ, ਪਰ ਆਮ ਆਦਮੀ ਪਾਰਟੀ ਦਾ ਜੋ ਵੋਟ ਪਹਿਲਾਂ ਪੈਕ ਪਿਆ ਲੋਕਾਂ ਦੇ ਘਰਾਂ 'ਚ ਕਿ ਜਾ ਕੇ ਅਸੀਂ ਅੱਜ ਇਹ ਪਾ ਕੇ ਆਉਣੀ ਹੈ, ਉਹ ਲੋਕਾਂ ਨੇ ਪਾਈ ਹੈ। ਤੁਹਾਨੂੰ 10 ਤਰੀਕ ਨੂੰ ਰਿਜ਼ਲਟ ਆ ਜਾਣਗੇ ਸਾਡੇ 70+। ਵਿਨੋਦ ਭਾਰਤੀ ਜੀ ਪਿਕਚਰ 'ਚ ਨਹੀਂ, ਮੈਨੂੰ ਲੱਗਦਾ। ਪੁੱਲਰ ਸਾਹਿਬ, ਤੁਸੀਂ ਪਿਕਚਰ 'ਚ ਹੈਗੇ ਹੋ? ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਤੁਸੀਂ ਪਿਕਚਰ 'ਚ ਹੈਗੇ ਹੋ, ਭਾਵੇਂ ਡੇਰੇ ਦੀ ਵੋਟਾਂ ਦੇ ਕਰਕੇ ਹੈਗੇ ਹੋ। ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਤੇ ਸਾਰਿਆਂ ਨੂੰ ਸਰਟੀਫਿਕੇਟ ਵੰਡਦੀ ਫਿਰਦੀ ਹੈ। ਜਿਹੜਾ ਕਚਰਾ ਇਹ ਕਹਿੰਦੇ ਸੀ ਕਚਰਾ ਬਾਕੀ ਪਾਰਟੀਆਂ ਦਾ ਹੀ ਲੈਣਾ ਨਹੀਂ, ਉਹ ਕਚਰਾ ਇਹਨਾਂ ਦੀ ਪਾਰਟੀ 'ਚ ਆ ਕੇ ਸਾਰਾ ਜਿਹੜਾ ਹੈਗਾ ਸਾਰਿਆਂ ਨੂੰ ਕਰੈਕਟਰ ਸਰਟੀਫਿਕੇਟ ਦੇਤਾ ਇਹਨਾਂ ਨੇ, ਔਰ ਸਾਰੇ ਆਮ ਆਦਮੀ ਪਾਰਟੀ ਬਣ ਗਏ, ਭਾਵੇਂ ਉਹ ਸਭ ਤੋਂ ਅਮੀਰ ਕੈਂਡੀਡੇਟ ਨੇ। ਤੇ ਇਸ ਕਰਕੇ ਇਹਨਾਂ ਦੇ ਸਰਟੀਫਿਕੇਟ ਦੀ ਸਾਨੂੰ ਲੋੜ ਨਹੀਂ ਹੈਗੀ। ਮੈਂ ਇੱਕ ਚੀਜ਼ ਹੋਰ ਪ੍ਰੋਫੈਸਰ ਸਾਹਿਬ ਦੀ ਗੱਲ ਦੇ ਵਿੱਚ ਤਸਦੀਕ ਕਰ ਦਿੰਦਾ ਹੈ ਵੀ ਚੰਨੀ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਦਾ ਭਦੌੜ ਜਾ ਕੇ ਇਲੈਕਸ਼ਨ ਲੜਨਾ ਵੀ ਇੱਕ ਫੈਕਟਰ ਹੈਗਾ, ਕਿਉਂਕਿ ਮੈਕਸਿਮਮ ਸੀਟਾਂ ਜਿਹੜੀਆਂ ਇਹਨਾਂ ਨੇ ਐਸਸੀ ਸੀਟਾਂ ਜਿੱਤੀਆਂ ਸੀਗੀਆਂ ਆਮ ਆਦਮੀ ਪਾਰਟੀ ਨੇ, ਔਰ ਚੀਫ ਮਿਨਿਸਟਰ ਦਾ ਉੱਥੇ ਜਾ ਕੇ ਇਲੈਕਸ਼ਨ ਲੜਨ ਦੇ ਨਾਲ ਮਾਲਵੇ ਦੇ ਵਿੱਚ ਜਿਹੜਾ ਐਸਸੀ ਵੋਟ ਹੈ ਉਹ ਜ਼ਰੂਰ ਹਿੱਲਿਆ ਇਹਨਾਂ ਦੇ ਵਿੱਚੋਂ। ਔਰ ਇੱਕੋ ਹੀ ਫੈਕਟਰ ਨਹੀਂ, ਬਹੁਤ ਸਾਰੇ ਫੈਕਟਰ। ਸਭ ਤੋਂ ਠੀਕ ਹੈ, ਸਭ ਤੋਂ ਵੱਡਾ ਇੱਕ ਫੈਕਟਰ ਹੋਰ ਹੈ ਇਹਨਾਂ ਦਾ ਕਿ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਐਕਸਪੋਜ਼ ਹੋਏ ਹੈ ਵੀ ਉਹ ਪ੍ਰਧਾਨ, ਚਾਹੇ ਉਹਨਾਂ ਦਾ ਭਗਵੰਤ ਮਾਨ ਸੀ, ਲੇਕਿਨ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਨੂੰ ਤਿਆਰ ਨਹੀਂ ਸੀਗੇ, ਔਰ ਇੱਕ ਮਜਬੂਰੀ ਦੇ ਰਾਤੇ ਉਹਨਾਂ ਨੇ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਥਾਪਿਆ। ਉਸ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਵੇਟ ਹੁੰਦੀ ਰਹੀ, ਕਦੀ ਐਸਪੀ ਓਬਰਾਏ ਦੀ ਵੇਟ ਹੁੰਦੀ ਰਹੀ, ਕਦੀ ਕਿਸਾਨ ਜਿਹੜਾ ਲੀਡਰ ਨੇ ਉਹਨਾਂ ਦੀ ਵੇਟ ਹੁੰਦੀ ਰਹੀ, ਤੇ ਕਦੀ ਹੋਰ ਸਰਚ ਚੱਲਦੀ ਰਹੀ। ਲੇਕਿਨ ਥੱਕ ਹਾਰ ਕੇ ਜਦੋਂ ਕੋਈ ਇਹਨਾਂ ਦੇ ਨੇੜੇ ਨਹੀਂ ਲੱਗਿਆ, ਤਾਂ ਜਾ ਕੇ ਉਹਨੇ ਭਗਵੰਤ ਮਾਨ ਨੂੰ ਐਜ਼ ਏ ਟ੍ਰਾਇਲ ਬੇਸ ਉੱਤੇ ਇੱਕ ਟ੍ਰਾਂਜ਼ਿਟ ਮੁੱਖ ਮੰਤਰੀ ਦਾ ਚਿਹਰਾ, ਜਿਸ ਤਰ੍ਹਾਂ ਚੰਨੀ ਨੂੰ ਬਣਾਇਆ ਗਿਆ ਸੀ ਉਸ ਤਰ੍ਹਾਂ ਉਹਨੂੰ ਬਣਾ ਦਿੱਤਾ ਗਿਆ। ਔਰ ਇਹਨਾਂ ਦੀ ਬਦਕਿਸਮਤੀ ਹੈ ਕਿ 2 ਦਿਨਾਂ ਬਾਅਦ ਇਹਦੀ ਗੱਡੀ ਵੀ ਪਲਟ ਗਈ ਸ਼ਰਾਬ ਪੀ ਕੇ, ਔਰ ਰਿਜ਼ਲਟ ਜਿਹੜਾ ਨਿਕਲਿਆ ਵੀ 4 ਬੰਦੇ ਸਵਾਰ ਸੀ, 4 ਹੀ ਸ਼ਰਾਬੀ ਸੀ, ਤੇ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਸੀਗਾ। ਔਰ ਸਾਰੀਆਂ ਜਿਹੜੀਆਂ ਗਰੰਟੀਆਂ ਦੀ ਗੱਲ ਕਰਦੇ ਆ,
ਇਹਨਾਂ ਦੀਆਂ ਗਰੰਟੀਆਂ ਪੁਰਾਣੀ ਜਿਹੜੀ ਨਹੀਂ ਜੇ ਗੱਡੀ ਪਲਟ ਗਈ ਤਾਂ ਫਿਰ ਗਾਰੰਟੀ ਕਾਹਦੀ ਆ? ਅੱਛਾ ਤਾਂ ਗੱਡੀ ਪਲਟ ਗਈ। ਨਹੀਂ ਮੈਂ ਉਹੀ ਦੱਸਣਾ, ਜਿਹੜੀ ਗਰੰਟੀਆਂ ਦੀ ਗੱਲ ਕਰਦੇ ਵੇ ਗਰੰਟੀਆਂ ਦਿੱਤੀਆਂ ਜੀ, ਗਰੰਟੀਆਂ ਤੇ ਇਹਨਾਂ ਦੀਆਂ ਦੇਖ ਲਈਆਂ। ਜਿਹੜੇ ਇਹਨਾਂ ਦੇ ਐਮਐਲਏ ਜਿੱਤ ਕੇ ਆਏ ਸੀ ਪਿਛਲੀ ਵਾਰੀ 20 ਦੇ ਕਰੀਬ, ਉਹ ਚੋਂ 8 ਰਹਿ ਗਏ ਸਿਰਫ, ਤੇ 4 ਮੈਂਬਰ ਪਾਰਲੀਮੈਂਟ ਜਿੱਤ ਕੇ ਗਏ ਸੀ। ਇਹਨਾਂ ਨੂੰ ਆਪਾਂ ਜੇ ਕੌਂਸਟੀਟਿਊਂਸੀਆਂ ਲਾਵਾਂ ਵਿਧਾਨ ਸਭਾ ਦੀਆਂ ਤੇ 36 ਬਣਦੀਆਂ ਨੇ, ਵੀ 36 ਕੌਂਸਟੀਟਿਊਂਸੀਆਂ ਦੇ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਸੰਸਦ ਚ ਭੇਜਿਆ ਸੀ, ਤੇ ਉਹ ਵੀ 1 ਰਹਿ ਗਿਆ ਸੀ, 3 ਤੁਰ ਗਏ ਸੀਗੇ। ਜਿਸ ਪਾਰਟੀ ਦੇ ਜਿੱਤਣ ਤੋਂ ਬਾਅਦ ਐਮਐਲਏ ਦੀ ਗਰੰਟੀ ਨਹੀਂ, ਉਹ ਕਾਹਦੀਆਂ ਗਰੰਟੀਆਂ ਦੇ ਸਕਦੀ ਹੈ? ਨਹੀਂ ਇੱਕ ਮਿੰਟ, ਮੈਂ ਰਾਜਨ ਜੀ ਤੋਂ ਫਿਰ ਪੁਆਇੰਟ ਲੈ ਲਾਂ, ਮੈਂ ਫਿਰ ਬਾਕੀਆਂ ਕੋਲ ਵੀ ਆ ਰਿਹਾ। ਰਾਜਨ ਜੀ ਕੋ ਪੁਆਇੰਟ ਲੈਣਾ, ਮੈਂ ਪੂਰਾ ਕਰ ਲਾਂ। ਹਾਂਜੀ ਪੂਰਾ ਕਰ ਲਾਂ ਜੀ, ਮੈਨੂੰ ਥੋੜੀ ਜਿਹੀ ਗੱਲ ਹੈ। ਜਿਸ ਪਾਰਟੀ ਦੇ ਵਿੱਚ ਕਦੀ ਦੁਰਗੇਸ਼ ਹੁਣੀ ਔਰ ਸੰਜੇ ਸਿੰਘ ਹੁਣੀ ਆ ਕੇ ਚਾਦਰ ਵਿਛਾ ਦਿੰਦੇ ਟਿਕਟਾਂ ਵੰਡਣ ਲਈ, ਸੇਲ ਲਾ ਦਿੰਦੇ ਨੇ ਆ ਕੇ, ਔਰ ਇਸ ਵਾਰੀ ਆ ਕੇ ਚੱਡੇ ਹੁਣਾਂ ਨੇ ਸੇਲ ਲਾਤੀ, ਤੇ ਜਦੋਂ ਕੈਂਡੀਡੇਟ ਨਾਲ ਜਿੱਤ ਕੇ ਆਉਂਦੇ ਨੇ ਟਿਕਟਾਂ ਖਰੀਦ ਕੇ, ਤੇ ਉਹਨਾਂ ਦੇ ਵੀ ਗੱਲ 'ਚ ਪਟਾ ਲੱਗਿਆ ਹੁੰਦਾ ਕਿ ਫॉर ਸੇਲ, ਤੇ ਫਿਰ ਉਹਨੂੰ ਜਿਹੜਾ ਮਰਜ਼ੀ ਖਰੀਦ ਸਕਦਾ। ਇਸ ਕਰਕੇ ਇਹ ਲੋਕਾਂ ਨੂੰ ਕੋਈ ਵੋਟਾਂ ਨਹੀਂ ਪਾਏਗਾ ਜਿਨ੍ਹਾਂ ਦਾ ਭਰੋਸਾ ਜਿੱਤਣ ਤੋਂ ਬਾਅਦ ਕੀਤਾ ਨਹੀਂ ਜਾ ਸਕਦਾ। ਤੁਹਾਡਾ ਇਹ ਪੁਆਇੰਟ ਮੈਂ ਵਿਚਾਰੂੰਗਾ ਜ਼ਰੂਰ ਕਿ ਕੋਈ ਵੀ ਮਤਲਬ ਕਿ ਫॉर ਸੇਲ ਵਾਲਾ ਪੁਆਇੰਟ। ਰਾਜਨ ਜੀ ਫॉर ਸੇਲ, ਪਿਛਲੀ ਵਾਰ ਵੀ ਫॉर ਸੇਲ ਤੇ ਸੀਗੇ, ਕਿ ਹੁਣ ਜਿੱਤਣ ਤੋਂ ਬਾਅਦ ਵੀ ਸੇਲ ਤੇ ਰਹਿਣਗੇ? ਤੇ ਗਰੰਟੀਆਂ ਕਿੱਦਾਂ ਦੀ ਸੀਗੀਆਂ? ਭਗਵੰਤ ਮਾਨ ਦੀ ਕਹਿੰਦੇ ਗੱਡੀ ਉਲਟ ਗਈ, ਤੇ ਗਰੰਟੀਆਂ ਕਾਹਦੀਆਂ? ਕੋਈ ਗਰੰਟੀ, ਕੋਈ ਗੱਡੀ ਨਹੀਂ ਉਤਰੀ। ਇਹ ਸ਼੍ਰੋਮਣੀ ਅਕਾਲੀ ਦਲ ਕੋਲੇ ਝੂਠ ਮਾਰਨ ਤੋਂ ਬਗੈਰ ਹੋਰ ਕੋਈ ਇਹਨਾਂ ਕੋਲੇ ਚਾਰਾ ਨਹੀਂ ਹੈ। ਜੇ ਆਪਾਂ ਕਹੀਏ ਕਿ ਆਮ ਆਦਮੀ ਪਾਰਟੀ, ਮੈਂ ਵਿੱਚ ਨਹੀਂ ਬੋਲਿਆ ਸੀ ਸਰ, ਮੈਂ ਤਾਂ ਵਿੱਚ ਨਹੀਂ ਬੋਲਿਆ ਤੁਹਾਡੇ ਜੀ, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ ਜੀ। ਕੋਈ ਭਗਵੰਤ ਮਾਨ ਸਾਹਿਬ ਦੀ ਗੱਡੀ ਨਹੀਂ ਪਲਟੀ, ਕੋਈ ਆਪਾਂ ਕਹੀਏ ਵੀ ਸ਼ਰਾਬ ਪੀਤੀ ਹੋਈ ਹੈ। ਤੇ ਜੇ ਭਗਵੰਤ ਮਾਨ ਜੀ ਨੂੰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਅਨਾਉਂਸ ਕਰਨਾ ਹੈ, ਤਾਂ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਲੋਕਾਂ ਨੂੰ ਪੁੱਛ ਲਓ। ਜਦੋਂ ਪੰਜਾਬ ਦੇ ਲੋਕਾਂ ਨੇ 21 ਲੱਖ ਲੋਕਾਂ ਨੇ 93% ਕਿਹਾ ਕਿ ਸਾਡਾ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਭਗਵੰਤ ਮਾਨ ਜੀ ਹੋਣਾ ਚਾਹੀਦਾ ਹੈ, ਤਾਂ ਉਸ ਤੋਂ ਬਾਅਦ ਪੰਜਾਬ 'ਚ ਢੋਲ ਵੱਜੇ, ਲੋਕਾਂ ਨੇ ਲੱਡੂ ਵੰਡੇ, ਤੇ ਲੋਕਾਂ ਨੇ ਪਸੰਦ ਕੀਤਾ, ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੇਵ ਇੱਥੋਂ ਤੋਂ ਇੱਥੇ ਪਹੁੰਚ ਗਈ। ਤੇ ਉਹੀ ਬਸ ਇਹਨਾਂ ਨੂੰ ਹੁਣ ਚਲੂਣੇ ਲੜੀ ਜਾਂਦੇ ਆ, ਬੇਫਜ਼ੂਲ ਦੀਆਂ ਗੱਲਾਂ। ਇਹਨਾਂ ਦੇ ਐਮਐਲਏ ਭੱਜ ਗਏ, ਅਕਾਲੀ ਦਲ ਦੇ ਛੱਡ ਬੀਜੇਪੀ 'ਚ ਭੱਜੀ ਜਾਂਦੇ ਆ, ਕੋਈ ਕਾਂਗਰਸ 'ਚ ਜਾਈ ਜਾਂਦਾ। ਤੇ ਇਹ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨ, ਫਿਰ ਦੂਜਿਆਂ ਨੂੰ ਗੱਲ ਕਰਨ, ਨਾਲੇ ਇਹਨਾਂ ਦਾ ਕੋਈ ਹੱਕ ਹੀ ਨਹੀਂ ਬਣਦਾ। ਅੱਜ ਗੱਡੀ 'ਚ ਬੈਠੇ ਸੋਟਾ ਨਹੀਂ ਮਾਰ ਪਣਾ ਉਹਨਾਂ ਨੇ, ਕੋਈ ਗੱਲ ਨਹੀਂ, ਚਲੋ ਕੋਈ ਨਹੀਂ, ਉੱਤਰ ਕੇ ਮਾਰ ਲੈਣ ਗੱਡੀ ਤੋਂ। ਹਾਂਜੀ, ਤੇ ਇਹ ਜਿਹੜੀਆਂ ਗੱਲਾਂ ਕਰਦੇ, ਇਹ ਬੜਾ ਗੰਭੀਰ ਸਵਾਲ ਹੈ ਫॉर ਸੇਲ ਵਾਲਾ। ਮੈਂ ਫॉर ਸੇਲ ਤੇ ਆਣਾ ਹੈ ਪੁਲਿਸ ਸਾਹਿਬ, ਮੈਂ ਫॉर ਸੇਲ ਤੇ ਆਉਂਗਾ। ਇੱਕ ਮਿੰਟ ਦੀਵਾਨ ਜੀ ਵੀ ਬੈਠੇ ਆ। ਆਮ ਆਦਮੀ ਪਾਰਟੀ ਸਰ, ਮੈਂ ਆਪਦਾ ਜਵਾਬ ਦੇ ਦਿਆਂ ਫॉर ਸੇਲ ਵਾਲੇ ਨਾਲ। ਜਿਹੜੀ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਸੀ, ਉਹਦੇ ਵਿੱਚ 20 ਐਮਐਲਏ ਆਏ, ਜੇ ਕੋਈ 5-7 ਐਮਐਲਏ ਇਹਨਾਂ ਨੇ ਖਰੀਦੇ, ਤੇ ਜੇ ਆਮ ਆਦਮੀ ਪਾਰਟੀ ਨੇ ਉਹ ਕੱਢਤੇ ਬਾਹਰ। ਉਹ ਕਹਿੰਦੇ ਵੀ ਜਿਹੜਾ ਬੰਦਾ ਸਮਾਜ ਲਈ ਕੰਮ ਨਹੀਂ ਕਰੂਗਾ, ਉਹ ਸਾਡੀ ਪਾਰਟੀ 'ਚ ਉਹਦੀ ਕੋਈ ਥਾਂ ਨਹੀਂ। ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਨਾ ਤਾਂ ਉਹਨਾਂ ਐਮਐਲਏ ਨੂੰ ਇਹਨਾਂ ਨੇ ਟਿਕਟਾਂ ਮਿਲੀਆਂ, ਕਿਤੇ ਜਿਨ੍ਹਾਂ ਨੂੰ ਮਿਲੀਆਂ ਉਹ ਹਾਰ ਰਿਹਾ ਇੱਕ ਦਾ ਜਿਹੜਾ ਕੋਈ ਹੈਗਾ। ਤੇ ਇਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਧੋਖਾ ਦੇਊਗਾ ਉਹ ਜ਼ੀਰੋ ਹੋਇਆ ਤੇ ਜ਼ੀਰੋ ਹੋਣਾ ਉਹਨੇ। ਤੇ ਹੁਣ ਅੱਗੇ ਤੋਂ ਮਤਲਬ ਕਿ ਹੁਣ ਆਮ ਆਦਮੀ ਪਾਰਟੀ ਦੀ ਸਥਿਰ ਸਰਕਾਰ ਆ ਰਹੀ ਹੈ ਪੰਜਾਬ ਦੇ ਵਿੱਚ, ਤੇ ਕੋਈ ਵੀ ਐਮਐਲਏ ਜਿਹੜਾ ਪੰਜਾਬ ਲਈ ਲੜੂਗਾ, ਨਾ ਕਿ ਕੋਈ ਜੋ ਪਹਿਲਾਂ ਵਾਲੇ ਗਏ। ਕੌਨਫੀਡੈਂਸ ਕਾਫੀ ਹੈ ਵੈਸੇ, ਮੈਂ ਸਾਰੇ ਕੋਲ ਆਉਂਗਾ ਵੈਸੇ, ਪ੍ਰੋਫੈਸਰ ਸਾਹਿਬ को भी आना, पर एक बार दीवान साहब का पॉइंट ले ला, पुलर साहब दीवान साहब का पॉइंट ले ला, मैं एक ओपनिंग रिमार्क्स लेके सारे को फिर आऊंगा, ਆਪਾਂ ਇਹਦੇ ਉੱਪਰ ਚਰਚਾ ਕਰਨੀ ਹੈ। ਜਵਾਬ ਲੈ ਲਓ ਤੁਸੀਂ। ਹਾਂਜੀ ਛੋਟਾ ਜਵਾਬ ਲੈ ਲਓ ਜੀ। ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਇਹ ਕਹਿੰਦੇ ਵੀ ਥੋੜੇ ਚਲੇ ਗਏ ਸੀ, 5-7 ਨਹੀਂ 12 ਐਮਐਲਏ ਗਏ ਸੀਗੇ, ਔਰ ਰਸਤਾ ਇਹਨਾਂ ਨੇ ਕਦੇ ਤੁਸੀਂ 12 ਕਹਿੰਦੇ ਹੋ, ਕਦੇ 8 ਕਹਿੰਦੇ ਹੋ, ਮੈਨੂੰ ਥੋੜੀ ਸਮਝ ਨਹੀਂ ਆਉਂਦੀ। ਇਹ ਮੈਂ ਕਿਹਾ ਜੀ 8 ਕਹਿ ਨਹੀਂ, ਮੈਂ ਤਾਂ ਕਿਹਾ 8 ਸਿਰਫ ਤੁਹਾਡੇ ਕੋਲ ਰਹਿ ਗਏ। ਗੱਲ ਇਸ ਤਰ੍ਹਾਂ ਹੈਗੀ ਵੀ ਮੈਨੂੰ ਇੱਕ ਐਮਐਲਏ ਦਿਖਾ ਦੇਣ ਜਿਹਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ, ਜਿਹੜੇ ਇਹਨਾਂ ਨੂੰ ਛੱਡ ਕੇ ਗਏ ਸੀਗੇ। ਠੀਕ ਹੈ, ਸਸਪੈਂਡ ਕੀਤੇ ਜੀ, ਪਾਰਟੀ ਹੈ, ਉਹਨੇ ਝੂਠ ਸਸਪੈਂਡ ਕੀਤੇ ਹੈ, ਬਾਹਰ ਕੱਢੇ ਹੈ। ਖਹਿਰਾ ਸਾਹਿਬ ਨੂੰ ਲੈ ਲਓ, ਕਿਹੜਾ ਬਾਹਰ ਕੱਢਿਆ? ਕਮਰ ਸੰਧੂ ਜੀ ਨੂੰ ਲੈ ਲਓ, ਖਹਿਰਾ ਸਾਹਿਬ ਨੂੰ ਲੈ ਲਓ, ਸਸਪੈਂਡ ਕੀਤੇ ਗਏ। ਵਾਹ ਜੀ ਵਾਹ, ਛੱਡ ਕੇ ਹੋਰ ਕਿਹਨੂੰ ਕੀਤਾ ਤੁਸੀਂ? ਕਮਾਲ ਕਰਦੇ ਹੋ। ਕਮਰ ਸੰਧੂ ਜੀ ਨੂੰ ਸਸਪੈਂਡ ਕੀਤਾ, ਕਮਰ ਸੰਧੂ ਜੀ ਨੂੰ ਸਸਪੈਂਡ ਕੀਤਾ। ਝੂਠ ਨਾ ਬੋਲੀ ਉਹ ਭਾਈ ਜੀ, ਝੂਠ ਤੁਸੀਂ ਬੋਲਦੇ ਹੋ, ਓਕੇ ਪੁਲਰ ਸਾਹਿਬ ਰਾਜਨ ਜੀ, ਇੱਕ ਵਾਰ ਮੈਂ ਬਾਕੀਆਂ ਦਾ ਪੁਆਇੰਟ ਲੈ ਕੇ ਫਿਰ ਮੈਂ ਆਣਾ, ਕੋਈ ਗੱਲ ਨਹੀਂ, ਆਪਣੇ ਕੋਲ ਸਮਾਂ ਹੈਗਾ। ਦੀਵਾਨ ਸਾਹਿਬ ਸਰਕਾਰ ਬਣਾਉਣ ਜਾ ਰਹੇ ਹੋ ਫਿਰ ਤੁਸੀਂ? ਦੇਖੋ ਇਸ ਤਰ੍ਹਾਂ ਗੌਰਵ ਜੀ, ਮੈਨੂੰ ਤੁਸੀਂ ਹੁਣ ਪੁੱਛਿਆ ਬਣਾਉਣ ਜਾ ਰਹੇ ਕਿ ਨਹੀਂ, ਲੇਕਿਨ ਤੁਸੀਂ ਓਪਨਿੰਗ ਕਮੈਂਟਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨਾਮ ਲਿਆ, ਲੇਕਿਨ ਬੀਜੇਪੀ ਦਾ ਨਾਮ ਨਹੀਂ ਲਿਆ। ਤਾਂ ਨਿਸ਼ਚਿਤ ਰੂਪ ਦੇ ਵਿੱਚ ਜਿਹੜੀ ਪਾਰਟੀ ਦਾ ਤੁਸੀਂ ਨਾਮ ਨਹੀਂ ਲਿਆ, ਉਸ ਪਾਰਟੀ ਦੇ ਬੀਜੇਪੀ ਦੇ ਨੇਤਰਤਵ ਦੇ ਵਿੱਚ ਸਰਕਾਰ ਬਣੇਗੀ ਪੰਜਾਬ ਦੇ ਵਿੱਚ। ਔਰ ਦੂਸਰੀ ਗੱਲ ਜਿਹੜੀ ਆਮ ਆਦਮੀ ਪਾਰਟੀ ਦੇ ਬੁਲਾਰੇ ਕਹਿ ਰਹੇ ਆ, ਪਹਿਲੀ ਗੱਲ ਇਹ ਆ ਕਿ ਵੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਸ ਆંકੜੇ ਦੇ ਨਾਲ ਗੱਲ ਕਰਦੇ ਆ ਕਿ ਲਓ ਜੀ 93% ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਚੁਣਿਆ। ਉਹ ਭਾਈ 21 ਲੱਖ ਲੋਕ ਸਿਰਫ ਤੁਹਾਡਾ 17% ਬੰਦੇ ਆ, ਆਪਣੇ 7% ਬੰਦੇ ਆ 21 ਲੱਖ ਲੋਕ। ਮੈਂ ਕਿਹਾ 21 ਲੱਖ ਚੋਂ 93% ਨੇ ਚੁਣਿਆ ਸਰ,
4 ਦਿਨ ਦੇ ਸਰਵੇ ਚੋਂ 21 ਲੱਖ ਲੋਕਾਂ ਚੋਂ 93% ਨੇ ਚੁਣਿਆ। ਕੋਈ ਨਹੀਂ, ਆਪਾਂ 10 ਤਰੀਕ ਵਾਲਾ ਵੀ ਦੇਖ ਲਾਂਗੇ ਨਾ। 10 ਤਰੀਕ 'ਚ ਤਾਂ ਫਿਰ ਕਿੰਨੀਆਂ ਵੋਟਾਂ ਪਈਆਂ ਕਰੋੜਾਂ ਦੇ ਹਿਸਾਬ ਨਾਲ ਦੇਖ ਲਾਂਗੇ ਆਪਾਂ। ਮੈਂ ਪੰਜਾਬ ਦੀ ਟੋਟਲ ਆਬਾਦੀ ਦੀ ਗੱਲ ਨਹੀਂ ਕਰ ਰਿਹਾ। ਮੈਨੂੰ ਵਿਜ਼ਿਟ ਕਰ ਦਿਓ, ਇਹਨਾਂ ਨੂੰ ਬੁਲਾਓ, ਮੈਂ ਇਹਨਾਂ ਦੀ ਗੱਲ ਬੋਲਿਆ। ਚਲੋ ਰਾਜਨ ਜੀ, ਆਪਾਂ ਪੁਆਇੰਟ ਲੈ ਲਈਏ ਦੀਵਾਨ ਜੀ ਦਾ। ਰਾਜਨ ਜੀ, ਆਪਾਂ ਪੁਆਇੰਟ ਲੈ ਲਈਏ ਕਿਰਪਾ। ਲੋ ਸਰ, ਡਿਸਪਲਿਨ ਰੱਖਿਆ ਕਰੋ। ਕੋਈ ਗੱਲ ਲੈਟ ਹਿਮ ਪੁੱਟ ਹਿਸ ਪੁਆਇੰਟ ਪਲੀਜ਼। ਲੋ ਸਰ, ਲੋ। ਹਾਂਜੀ ਦੀਵਾਨ ਦੇਖੋ ਜੀ, ਇਸ ਤਰ੍ਹਾਂ ਕਿ ਕਹਿੰਦੇ ਜੀ ਆਮ ਆਦਮੀ ਪਾਰਟੀ ਨੂੰ ਡੱਟ ਕੇ ਵੋਟਾਂ ਪਈਆਂ, ਕਿੱਦਾਂ ਪਈਆਂ? ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ 80% ਬੂਥਾਂ ਦੇ ਇਹਨਾਂ ਦੇ ਲੋਕ ਨਹੀਂ ਬੈਠੇ, ਇਹਨਾਂ ਦੇ ਕਾਰਜਕਰਤਾ ਨਹੀਂ ਬੈਠੇ। ਇਹ ਵੀ ਰੀਜ਼ਨ ਹੈ ਕਿ ਵੋਟ ਪ੍ਰਤੀਸ਼ਤ ਘੱਟ ਹੋਣ ਦਾ। ਇੱਕ ਅਕਾਲੀ ਦਲ ਔਰ ਇੱਕ ਆਮ ਆਦਮੀ ਪਾਰਟੀ, ਸ਼ਹਿਰਾਂ ਦੇ ਵਿੱਚ 80% ਬੂਥ ਇਹਨਾਂ ਦੇ ਖਾਲੀ ਸੀ, ਜਿੰਦੇ ਕਰਕੇ ਵੋਟ ਪ੍ਰਤੀਸ਼ਤ ਘੱਟ ਹੋਇਆ। ਦੂਸਰੀ ਗੱਲ ਮੈਂ ਇਹ ਕਹਿ ਰਿਹਾ ਕਿ ਜਿਹੜਾ 72% ਜਿਹੜਾ ਮਤਦਾਨ ਹੋਇਆ ਹੈ, ਉਹ ਵੀ ਇੱਕ ਬੜੀ ਵੱਡੀ ਗੱਲ ਹੈ। ਕਿਉਂਕਿ ਕੇਜਰੀਵਾਲ ਸਾਹਿਬ ਨੇ ਤਾਂ ਕਿਹਾ ਸੀ ਹਿੰਦੂ ਡਰਿਆ ਹੋਇਆ। ਜੇ ਹਿੰਦੂ ਡਰਿਆ ਤਾਂ ਫਿਰ 72% ਵੋਟ ਪੈ ਗਿਆ। ਤੇ ਮੈਂ ਨਹੀਂ ਸਮਝਦਾ ਹਿੰਦੂ ਡਰਿਆ, ਇਹ ਕੇਜਰੀਵਾਲ ਸਾਹਿਬ ਨੇ ਕਿਹਾ ਸੀ। ਸੋ ਇਸ ਕਰਕੇ 72% ਦੀ ਜਿਹੜਾ ਵੋਟ ਪੈ ਗਿਆ ਨਾ, ਇਹ ਵੀ ਇੱਕ ਬੜੀ ਵੱਡੀ ਗੱਲ ਹੈ। ਤੀਜੀ ਗੱਲ, ਆਮ ਆਦਮੀ ਪਾਰਟੀ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਸਿੱਖ ਫਾਰ ਜਸਟਿਸ ਨੇ ਜਿਹੜਾ ਸਮਰਥਨ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ, ਔਰ ਜਿਹੜੀ ਗੱਲ ਕੁਮਾਰ ਵਿਸ਼ਵਾਸ ਨੇ ਕਹੀ, ਉਹ ਦੋਨੇ ਗੱਲਾਂ ਦਾ ਕੇਜਰੀਵਾਲ ਜੀ ਖੰਡਨ ਨਹੀਂ ਕਰ ਪਾਏ, ਜਿਹਦੇ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਫੇਵਰ ਦੇ ਵਿੱਚ ਵੋਟਿੰਗ ਨਹੀਂ ਹੋਈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣ ਰਹੀ। ਓਕੇ, मतलब कि सरकार जो बन रही है वो डबल इंजन वाली बन रही है ਤੁਹਾਡੇ ਮੁਤਾਬਕ। ਠੀਕ ਹੈ, ਮੈਂ ਇੱਕ ਵਾਰ ਓਪਨਿੰਗ ਰਿਮਾਰਕਸ ਲੈ ਕੇ ਫਿਰ ਵਧਾਉਂਗਾ ਅੱਗੇ। ਠੀਕ ਹੈ, ਸੰਤੋਖ ਸਿੰਘ ਜੀ। ਕੀ ਰਿਜ਼ਲਟ ਹੋਏਗਾ ਇਹਦੇ ਬਾਰੇ ਕੋਈ ਆਪਾਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ। ਠੀਕ ਹੈ ਜੀ, ਵੀ ਕਿਸੇ ਨੂੰ ਮੈਜੋਰਟੀ ਮਿਲੇਗੀ ਜਾਂ ਹੰਗ ਅਸੈਂਬਲੀ ਹੋਏਗੀ। ਨਹੀਂ ਸੰਤੋਖ ਜੀ, ਤੁਸੀਂ ਵੈਸੇ ਗੱਲ ਕਰਨਾ ਜਿਵੇਂ ਹੁਣੇ ਦੀਵਾਨ ਸਾਹਿਬ ਕਹਿ ਰਿਹਾ ਹੈ ਕਿ ਸਰਕਾਰ ਇਹਨਾਂ ਦੀ ਬਣ ਰਹੀ ਹੈ, ਰਾਜਨ ਜੀ ਕਹਿ ਰਹੇ ਕਿ ਸਾਰੀ ਵੋਟਿੰਗ ਉਹਨਾਂ ਦੇ ਫੇਵਰ 'ਚ ਹੋਈ ਹੈ, ਭੁੱਲਰ ਸਾਹਿਬ ਨੇ ਕਿਹਾ ਮਤਲਬ ਕਿ ਉਹ ਵੀ ਅੱਗੇ ਹੈਗੇ ਆ, ਤੇ ਤੁਸੀਂ ਮੈਨੂੰ ਖਿਆਲ ਕਨਕਲੂਡ ਨਹੀਂ ਕਰ ਪਾਏ ਜਾਂ ਨਹੀਂ ਕਨਕਲੂਡ ਮੈਂ ਦੇਖੋ ਇਹ ਜਿਹੜੇ ਲੋਕ ਹੈ ਮੇਰੇ ਸਾਥੀ, ਇਹ ਤਾਂ ਇਹਨਾਂ ਦੀ ਆਪਣੀ ਆਵਾਜ਼ ਨਹੀਂ, ਤਾਂ ਇਹਨਾਂ ਦੇ ਮਾਸਟਰ ਵੌਇਸ ਹੈ ਇਹਨਾਂ ਦੀ। ਆਪਦੀ ਗੱਲ ਨਹੀਂ ਕਰਦੇ। ਇਹਨਾਂ ਦੀ ਜਿਹੜੀ ਪਿੱਛੇ ਇੰਸਟਰਕਸ਼ਨਾਂ ਹੁੰਦੀਆਂ ਉਵੇਂ ਹੀ ਬੋਲਣੀ ਇਹਨਾਂ ਨੇ, ਉਦੋਂ ਗਾਂਹ ਪਿਛਾਂ ਬੋਲ ਨਹੀਂ ਸਕਦੇ, ਚਾਹੇ ਅਕਾਲੀ ਦਲ ਹੋਵੇ ਚਾਹੇ ਬੀਜੇਪੀ ਹੋਵੇ ਜਾਂ ਜਿਹੜੀ ਇਹ ਸੋ ਕਾਲਡ ਆਮ ਆਦਮੀਆਂ ਦੀ ਪਾਰਟੀ ਹੈ। ਸੋ ਮੈਂ ਗੱਲ ਤਾਂ ਜਿਹੜੀ ਅਸਲੀਅਤ ਗੱਲ ਕਰਦਾ ਤੁਹਾਡੇ ਨਾਲ ਵੀ, ਕਿਉਂਕਿ ਮੇਰਾ ਬੇਸ ਕੀ ਹੈ, ਬੇਸ ਮੇਰਾ ਇਹ ਹੈ ਵੀ ਇਸ ਵਾਰੀ ਇੰਨੀਆਂ ਅਨਡੈਮੋਕ੍ਰੈਟਿਕ ਫੋਰਸਿਸ ਨੇ ਇਹਨਾਂ ਚੋਣਾਂ 'ਚ ਪਾਰਟਿਸਿਪੇਟ ਕੀਤਾ ਜਾਂ ਜ਼ੋਰ ਲਾਇਆ ਜਾਂ ਵਰਕ ਕੀਤਾ ਵੀ ਜਿੰਨਾ ਕਰਕੇ ਹੁਣ ਦੇਖੋ ਡੇਰੇ ਆ, ਉਹ ਧਾਰਮਿਕ ਸਥਾਨ ਹੈ, ਉਹ ਸਿੱਧੇ ਤੌਰ 'ਤੇ ਉਹਨਾਂ ਨੇ ਇੰਸਟਰਕਸ਼ਨ ਦਿੱਤੀਆਂ। ਫਿਰ ਸੰਤ ਸਮਾਜ ਉਹਨਾਂ ਨੇ ਅਕਾਲੀ ਦਲ ਨੂੰ ਕਰਤਾ, ਕਿਸੇ ਨੇ ਬੀਜੇਪੀ ਨੂੰ ਕਰਤਾ। ਅੱਗੇ ਰਾਧਾ ਸੁਆਮੀ ਬੜੇ ਨਿਊਟਰਲ ਰਹਿੰਦੇ ਹੁੰਦੇ, ਕੀ ਪਤਾ ਲੱਗਿਆ ਉਹਨਾਂ ਦੀਆਂ ਵੀ ਕੋਈ ਇੰਸਟਰਕਸ਼ਨਸ ਆਈਆਂ। ਫਿਰ ਉਦੋਂ ਇਲਾਵਾ ਫਿਰ ਇੱਕ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਕੀਤੀ ਨਾ ਸਰਕਾਰੀ ਕਰਪਸ਼ਨ ਵੀ, 1000 2-2000 ਦੇਵਾਂਗੇ। ਕੁਝ ਲੋਕਾਂ ਨੇ ਆਪਦੇ ਪੈਸੇ ਨਾਲ ਵੀ ਵੋਟਾਂ ਖਰੀਦੀਆਂ, ਸ਼ਰਾਬ ਵੀ ਵੰਡੀ ਗਈ। ਸੋ ਇੱਥੇ ਕੀ ਰਿਜ਼ਲਟ ਹੋਏਗਾ, ਕੋਈ ਤੁਸੀਂ ਲੋਕਾਂ ਨੇ ਆਪਦੀ ਮਰਜ਼ੀ ਨਾਲ ਉਸ ਤਰ੍ਹਾਂ ਵੋਟਾਂ ਦੀ ਵਰਤੋਂ ਨਹੀਂ ਕੀਤੀ। ਬਹੁਤ ਸਾਰਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕਿੱਧਰ ਵੋਟਿੰਗ ਕੀਤੀ ਹੈ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਨਹੀਂ ਫਿਰ ਆਪਾਂ ਹੁਣ ਜਿਹੜਾ ਨਤੀਜੇ ਆਣਗੇ ਉਹਨਾਂ ਨੂੰ ਮੰਨਾਂਗੇ ਕਿ ਨਹੀਂ ਮੰਨਾਂਗੇ? ਕੱਲ ਨੂੰ ਤੁਸੀਂ ਕਹੋ ਜੀ ਅਸੀਂ ਤਾਂ ਜਿੱਤੇ ਨਹੀਂ, ਅਸੀਂ ਨਹੀਂ ਮੰਨਦੇ। ਨਤੀਜੇ ਆਉਣਗੇ ਫਿਰ ਤਾਂ ਮੰਨਾਂਗੇ, ਪਰ ਹੁਣ ਜੇ ਕਹੀ ਜਾਵੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਕਹੀ ਜਾਣ ਤਾਂ, ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਜਿਹੜੀਆਂ ਗੱਲਾਂ ਕਹਿੰਦੇ ਆ ਵੀ ਬੀਜੇਪੀ ਸਰਕਾਰ ਬਣੂਗੀ, ਆਮ ਆਦਮੀ ਦੀ ਬਣੂਗੀ, ਅਕਾਲੀ ਦਲ ਦੀ ਬਣੂਗੀ, ਕਿਉਂਕਿ ਸਾਨੂੰ ਪਤਾ ਵੀ ਅਸੀਂ ਬਹੁਤ ਲੇਟ ਐਂਟਰ ਕੀਤਾ। ਅਸੀਂ ਬਹੁਤ ਚਲੋ ਇਹ ਗੱਲ ਤਾਂ ਤੁਸੀਂ ਮੰਨ ਗਏ ਕਿ ਤੁਸੀਂ ਲੇਟ, ਅਸੀਂ ਇਸ ਗੇਮ 'ਚ ਲੇਟ ਆਏ ਹਾਂ ਤੇ ਅਸੀਂ, ਪਰ ਸਾਡੀ ਖਾਸ ਜਿਹੜੀ ਹੈ ਉਹ ਸੀਗੀ ਵੀ ਪੰਜਾਬ ਨੂੰ ਇਹਨਾਂ ਪੋਲੀਟੀਕਲ ਐਨੀਮਲਸ ਤੋਂ ਕਿਵੇਂ ਬਚਾਉਣਾ। ਜਿਹੜੇ ਲੋਕ ਖੁਆਇਸ਼ ਤਾਂ ਇਹਨਾਂ ਦੀ ਵੀ ਹੈਗੀ ਹੈ, ਖੁਆਇਸ਼ ਤਾਂ ਇਹ ਵੀ ਰੱਖਦੇ ਆ। ਤੇ ਖੁਆਇਸ਼ ਨਹੀਂ ਰੱਖਦੇ ਤਾਂ ਦੇਖ ਲਿਆ ਇਹਨਾਂ ਕੋਲ ਤਾਂ ਪਤਾ ਲੱਗ ਗਿਆ ਨਾ ਵੀ ਪਿਛਲੇ ਸਮੇਂ 'ਚ ਕੀ ਕੀਤਾ। ਇਹ ਜਿਹੜੇ ਹੈ ਇਹ ਮੈਂ ਹੁਣ ਕਹਾਂ ਇਹ ਆਤਮਾ ਰਹਿਤ ਜੰਤਰ ਹੈ, ਆਤਮਾ ਰਹਿਤ ਪੋਲੀਟੀਕਲ ਜੰਤਰ। ਇਹਨਾਂ ਦੀ ਕੋਈ ਆਤਮਾ ਨਹੀਂ, ਨਾ ਇਹ ਚਾਹੁੰਦੇ ਆ ਵੀ ਪੰਜਾਬ ਦੀ ਕੋਈ ਆਤਮਾ ਹੋਵੇ। ਅਸੀਂ ਤਾਂ ਪੰਜਾਬ ਦੀ ਆਤਮਾ ਨਹੀਂ ਲੜੇ ਆ। ਆਤਮਾ ਰਹਿਤ, ਇਹ ਕਹਿੰਦੇ ਆਤਮਾ ਹੀ ਹੈ ਨਹੀਂ ਪੋਲੀਟੀਕਲ ਪਾਰਟੀਆਂ ਦੀ। ਵਿਨੋਦ ਜੀ ਕੋਈ ਆਣਾ ਉਸ ਤੋਂ ਬਾਅਦ। ਗੌਰਵ ਜੀ, ਅਸੀਂ ਤੁਹਾਡੇ ਚੈਨਲ ਤੇ ਬੈਠੇ ਆ, ਭਾਸ਼ਾ ਦੀ ਮਰਿਆਦਾ ਹੋਣੀ ਬੜੀ ਜ਼ਰੂਰੀ ਹੈ। ਪੋਲੀਟੀਕਲ ਐਨੀਮਲਸ ਕੀ ਹੁੰਦਾ, ਮੈਨੂੰ ਇਹਦਾ ਥੋੜਾ ਜਿਹਾ ਵਿਸ਼ਲੇਸ਼ਣ ਦੱਸ ਦੇਣ ਸਰਦਾਰ ਸੰਤੋਖ ਸਿੰਘ। ਹਾਂਜੀ ਮੈਂ ਦੱਸ ਦਿੰਦਾ। ਕਿਉਂਕਿ ਤੁਹਾਡੀ ਪਾਰਟੀ ਵੀ ਹੁਣ ਪੋਲੀਟੀਕਲ ਪਾਰਟੀ ਬਣ ਗਈ, ਸੰਯੁਕਤ ਸਮਾਜ ਮੋਰਚਾ, ਔਰ ਪੋਲੀਟੀਕਲ ਐਨੀਮਲਸ ਦੇ ਵਿੱਚ ਤੁਹਾਡਾ ਵੀ ਜਿਹੜਾ ਹੈ ਉਹ ਗਿਣਤੀ ਹੁੰਦੀ ਹੈ। ਔਰ ਸਭ ਤੋਂ ਪਹਿਲੇ ਵੱਡੇ ਪੋਲੀਟੀਕਲ ਐਨੀਮਲ 'ਚ ਤੁਸੀਂ ਹੈਗੇ ਹੋ। ਮੈਂ ਤੁਹਾਨੂੰ ਦੱਸਾਂ ਪੋਲੀਟੀਕਲ ਐਨੀਮਲ ਕੌਣ ਹੁੰਦਾ।
ਪੋਲੀਟੀਕਲ ਐਨੀਮਲ ਹੁੰਦਾ ਜਿਹਨੂੰ ਪਾਵਰ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ, ਜਿਹਦੇ ਪਾਵਰ ਲਈ ਕੁਝ ਵੀ ਕਰ ਸਕਦਾ, ਉਹਦੇ 'ਚ ਐਨੀਮੈਲਿਟੀ ਹੁੰਦੀ ਹੈ। ਇਹ ਕੋਈ ਅਨਪਾਰਲੀਮੈਂਟਰੀ ਵਰਡ ਨਹੀਂ ਹੈਗਾ, ਇਹ ਅਕੈਡਮਿਕਸ ਦੇ ਵਿੱਚ ਇਹਨੂੰ ਆਮ ਵਰਤਦੇ ਅਸੀਂ। ਆਦਮੀ ਦੀ ਪਰਿਭਾਸ਼ਾ ਮੈਨ ਇਜ਼ ਸੋਸ਼ਲ ਐਂਡ ਪੋਲੀਟੀਕਲ ਐਨੀਮਲ। ਤੁਹਾਨੂੰ ਮੈਂ ਇੱਕ ਜਾਣਕਾਰੀ ਦੇ ਰਿਹਾ ਕਿ ਕਿਸਾਨ ਲੀਡਰਾਂ ਨੇ ਜਿਨ੍ਹਾਂ ਨੂੰ ਤੁਸੀਂ ਖੜੇ ਕੀਤਾ ਸੀ ਉਹਨਾਂ ਨੇ ਵੀ ਸ਼ਰਾਬ ਵੰਡੀ ਹੈ। ਹੋ ਸਕਦਾ ਮੈਂ ਡਿਨਾਈ ਨਹੀਂ ਕਰਦਾ ਹੈਗਾ, ਇਹ ਵੀ ਇਹਨਾਂ ਨੇ ਮੰਨ ਲਿਆ, ਮੈਂ ਨਹੀਂ ਮੰਨਦਾ ਹੈਗਾ, ਪਰ ਮੈਂ ਡਿਨਾਈ ਨਹੀਂ ਕਰਦਾ। ਹੋ ਸਕਦਾ ਕਿਸੇ ਨੇ ਆਪਦੇ ਲੈਵਲ ਤੇ ਕੀਤਾ ਹੋਵੇ, ਪਰ ਸਾਡੇ ਸਮਾਜ ਵੱਲੋਂ ਕੋਈ ਗੱਲ ਉਹ ਵੀ ਚੰਗੀ ਨਹੀਂ ਹੈ ਨਾ ਫਿਰ ਸੰਤੋਖ ਜੀ। ਨਹੀਂ ਮਾੜੀ, ਮੈਂ ਤਾਂ ਕਹਿੰਦਾ ਕੋਈ ਵੀ ਅਨਪਾਰਲੀਮੈਂਟਰੀ ਅਨਡੈਮੋਕ੍ਰੈਟਿਕ ਕੋਈ ਮੀਨਸ ਵਰਤਦਾ, ਚਾਹੇ ਉਹ ਸਾਡਾ ਹੀ ਬੰਦਾ ਹੈਗਾ, ਅਸੀਂ ਇਹਨੂੰ ਗਲਤ ਕਹਿੰਦੇ ਹਾਂ। ਫਿਰ ਆਪਣੇ ਲੋਕਤੰਤਰ ਨੂੰ ਆਪਾਂ ਕਮਜ਼ੋਰ ਕਰਦੇ ਹਾਂ। ਨਹੀਂ ਮੈਂ ਕਹਿੰਦਾ ਇਹੀ ਪੋਲੀਟੀਕਲ ਐਨੀਮੈਲਿਟੀ ਹੁੰਦੀ ਹੈ, ਇਹੀ ਪੋਲੀਟੀਕਲ ਐਨੀਮੈਲਿਟੀ ਹੁੰਦੀ ਹੈ। ਵਿਨੋਦ ਭਾਰਤੀ ਸਾਡਾ ਬੰਦਾ ਕਰਦਾ ਉਹ ਵੀ ਗਲਤ ਆਵਾਜ਼ ਮਿਲ ਪਾ ਰਹੀ ਹੈ। ਹਾਂਜੀ ਵਿਨੋਦ ਜੀ ਕਾਂਗਰਸ ਕੀ ਕਰ ਰਹੀ ਹੈ ਫਿਰ? ਦਿਵਾਨ ਜੀ ਵਿਨੋਦ ਜੀ ਦਾ ਪੁਆਇੰਟ ਲੈ ਕੇ ਮੈਂ ਆ ਰਿਹਾ। ਕਾਂਗਰਸ ਰਿਪੀਟ ਕਰ ਰਹੀ ਹੈ, ਕਾਂਗਰਸ ਰਿਪੀਟ ਕਰ ਰਹੀ ਹੈ ਪੰਜਾਬ 'ਚ। ਮੈਂ ਪੈਨਲ 'ਚ ਬੈਠੇ ਸਾਰੇ ਸਾਥੀਆਂ ਨੂੰ ਔਰ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਸਵਾਲ ਪੁੱਛਿਆ ਔਰ ਬਿਲਕੁਲ ਕਾਂਗਰਸ ਪਾਰਟੀ ਰਿਪੀਟ ਕਰਨ ਜਾ ਰਹੀ ਹੈ। ਐਬਸੋਲੂਟ ਮੈਜੋਰਟੀ ਨਾਲ ਅਸੀਂ ਕਾਂਗਰਸ ਫਰੇਮ ਕਰਨ ਜਾ ਰਹੇ ਹਾਂ। ਓਕੇ, ਸਾਨੂੰ ਤਾਂ ਕਿਸੇ ਕਿਸਮ ਦਾ ਕੋਈ ਖਦਸ਼ਾ ਨਹੀਂ ਹੈ, ਠੀਕ ਹੈ, ਕਿਉਂਕਿ ਜੋ ਪਿਛਲੇ ਟਾਈਮ ਵਿੱਚ 111 ਦਿਨਾਂ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ 111 ਮਾਰ ਕੇ ਮਾਰੇ ਹੈ। ਅੱਛਾ 111 ਦਿਨਾਂ ਦੇ ਵਿੱਚ 111 ਮਾਰ ਕੇ ਮਾਰੇ ਆ, ਤੇ ਜਿਹੜੇ ਪੌਣੇ 5 ਸਾਲ ਰਹਿ ਗਏ ਸੀ ਫਿਰ ਉੱਥੇ ਆਪਾਂ ਕੀ ਕੀਤਾ ਸੀਗਾ? ਮੋਦੀ ਜੀ ਦੀ ਸੇਵਾ ਕੀਤੀ ਸੀ ਪ੍ਰੋਫੈਸਰ ਸਾਹਿਬ ਕਹਿ ਰਹੇ ਆ। ਸਾਰੀ ਗੱਲ ਸਾਹਮਣੇ ਆ ਗਈ। ਮੋਦੀ ਜੀ ਨੇ ਕਿਹਾ ਕਿ ਪਿਛਲੇ 5 ਸਾਲ 'ਚ ਪੰਜਾਬ ਨੂੰ ਲੁੱਟਿਆ ਗਿਆ। ਦੱਸੋ, ਇਹ ਤਾਂ ਫਿਰ ਕਾਂਗਰਸ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਤੁਸੀਂ ਲੁੱਟਣ ਦਿੱਤਾ। ਲੁੱਟਿਆ ਗਿਆ ਤਾਂ ਫਿਰ ਕੀ ਕਰ ਰਹੇ ਸੀ? ਅੱਖਾਂ ਬੰਦ ਕਰਕੇ ਦੇਖ ਰਹੇ ਸੀ, ਲੁੱਟੀ ਚੱਲੋ। ਹੁਣ 5 ਸਾਲ ਬਾਅਦ ਜਾ ਕੇ ਤੁਸੀਂ ਕਿਹਾ ਕੀ ਹੋ ਗਿਆ? ਲਿਆਓ ਚੰਨੀ ਨੂੰ 111 ਦਿਨ 'ਚ 111 ਇੱਕੇ ਮਾਰੇਗਾ ਉਹ। ਮੈਂ ਕਿਹਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਐਲੀਗੇਸ਼ਨ ਲਾਇਆ ਹੈ ਕਿ 5 ਸਾਲ ਇਹਨਾਂ ਨੇ ਲੁੱਟਿਆ ਔਰ 4.5 ਸਾਲ ਦਾ ਮੁੱਖ ਮੰਤਰੀ। ਦੇਖੋ ਇਹ ਤਾਂ ਦੀਵਾਨ ਜੀ ਦੇਣਗੇ ਜਵਾਬ ਇਸ ਚੀਜ਼ ਦਾ, ਤਾਂ ਮੈਂ ਲੈ ਲੂੰਗਾ ਉਹਨਾਂ ਤੋਂ। ਪਰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਐਬਸੋਲੂਟ ਮੈਜੋਰਟੀ ਵਾਲੀ ਆ ਰਹੀ ਹੈ, ਠੀਕ ਹੈ। ਮੈਂ ਅੱਗੇ ਵੱਧਦਾ। ਹੁਣ ਪੁਆਇੰਟ ਇਹ ਹੈ ਪ੍ਰੋਫੈਸਰ ਸਾਹਿਬ, ਪੁਆਇੰਟ ਇਹ ਹੈ ਜਿੱਥੋਂ ਆਪਾਂ ਅਗਲੇ ਪੁਆਇੰਟ ਤੇ ਜਾਣਾ। ਜਿਵੇਂ ਤੁਸੀਂ ਕਿਹਾ ਕਿ ਯੂ ਐਂਟੀਸਿਪੇਟ ਅ ਹੰਗ ਅਸੈਂਬਲੀ ਦਿਸ ਟਾਈਮ। ਅਗਰ ਹੰਗ ਅਸੈਂਬਲੀ ਆਉਂਦੀ ਹੈ, ਸਪੋਜ਼ਿੰਗ ਦਾ ਕੇਸ ਈਦਰ ਆਪ ਔਰ ਕਾਂਗਰਸ ਬਿਕਮਸ ਦਾ ਲੀਡਿੰਗ ਪਾਰਟੀ, ਜਿਨ੍ਹਾਂ ਕੋਲੋਂ 40 ਤੋਂ 50 ਦੇ ਵਿਚਾਲੇ ਸੀਟਾਂ ਹੁੰਦੀਆਂ ਜਾਂ 50 52 53 ਹੁੰਦੀਆਂ, ਇਨ ਦੈਟ ਕੇਸ ਸਿਨੈਰੀਓ ਕਿਸ ਤਰੀਕੇ ਦਾ ਬਣੇਗਾ ਪੰਜਾਬ 'ਚ? ਦੇਖੋ ਇਹ ਹੈ ਕਿ ਜਿਹੜੀਆਂ ਤੇ ਪੁਰਾਣੀਆਂ ਪਾਰਟੀਆਂ, ਕਾਡਰ ਬੇਸਡ ਪਾਰਟੀਆਂ, ਉਹਨਾਂ 'ਚੋਂ ਬੰਦੇ ਜਿੱਤਣ ਤੋਂ ਬਾਅਦ ਹਿੱਲਣੇ ਜਾਂ ਹਿਲਾਉਣੇ ਔਖੇ ਹੈਗੇ। ਓਕੇ, ਪਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਝਾੜੂ ਦਾ ਸਿੰਬਲ ਮਾਰਕੀਟ 'ਚ ਖਰੀਦਿਆ, ਕਿਉਂਕਿ ਕੰਮ ਤੇ ਕਿਸੇ ਹੋਰ ਨੇ ਕੀਤਾ, ਕੰਮ ਹੋਰ ਤੋਂ ਕਰਾਇਆ, ਤੇ ਜਦੋਂ ਗਰਾਊਂਡ ਸਵੈਲ ਹੋ ਗਈ ਤੇ ਜਿਹੜੀ ਸੀਟ ਜਦੋਂ ਤਿਆਰ ਹੋ ਗਈ ਫਸਲ, ਤੇ ਵੇਚੀ ਕਿਸੇ ਹੋਰ ਨੂੰ ਪੈਸੇ ਲੈ ਕੇ। ਹੁਣ ਉਹ ਕਹੂਗਾ ਪੈਸੇ ਤਾਂ ਮੈਂ ਦਿੱਤੇ, ਮੈਂ ਤਾਂ ਸਿੰਬਲ ਲਿਆ। ਫਰੈਂਚਾਈਜ਼ ਜਿਸ ਤਰ੍ਹਾਂ ਖਰੀਦਦਾ ਬੰਦਾ ਪੈਸੇ ਦੇ ਕੇ, ਬਿਲਕੁਲ ਉਹੀ ਹੈਗਾ ਹੀ ਆ। ਇਹਦੇ ਨਾਲ ਵਧੀਆ ਕੋਈ ਕਾਰਪੋਰੇਟ ਪੋਲਿਟਿਕਸ ਦੇ ਵਿੱਚ ਕਾਰਪੋਰੇਟ ਮਾਡਲ ਜਿਹੜਾ ਉਹ ਕੇਜਰੀਵਾਲ ਤੋਂ ਵਧੀਆ ਕੋਈ ਹੋਰ ਹੈ ਨਹੀਂ ਹਾਲ ਦੀ ਘੜੀ, ਉਹੋ ਹੀ ਹੈਗਾ। ਉਹਦੇ 'ਚੋਂ ਉਹ ਫਿਰ ਆਪਣੇ ਆਪ ਨੂੰ ਕਹਿਣਗੇ ਕਿ ਜੇ ਮੌਕਾ ਲੱਗਾ ਤੇ ਫਿਰ ਅਸੀਂ ਆਪਣੇ ਪੈਸੇ ਵੀ ਕੱਢੀਏ ਤੇ ਕੁਝ ਹੋਰ ਵੀ ਗਾਂ ਸਾਨੂੰ ਜੇ ਕੋਈ ਮਿਲੇ ਤੇ ਉਦੋਂ ਅੱਗੇ ਉਸੇ ਸੋਚ ਤੇ ਹੀ ਅੱਗੇ ਜਾਣਗੇ ਨਾ। ਮੈਂ ਥੋੜਾ ਜਿਹਾ ਸੌਖਾ ਕਰਦਾ ਤੁਹਾਡੀ ਵਾਲੀ ਗੱਲ ਨੂੰ, ਹਲਕਾ ਜਿਹਾ ਇੰਟਰਵੀਨ ਕਰਕੇ। ਸਪੋਜ਼ ਅਗਰ ਇੱਕ ਟਿਕਟ 5 ਕਰੋੜ ਦੀ ਖਰੀਦੀ ਤੇ 10 ਦੀ ਆਫਰ ਆਂਦੀ ਹੈ, ਤੇ ਕੈਂਡੀਡੇਟ ਅਗਰ ਜੇਤੂ ਹੁੰਦਾ ਤੇ ਉਹ ਕਹਿੰਦਾ ਮੇਰੇ 5 ਦਾ ਰਿਕਵਰ ਹੈਗੇ, 5 ਪਲੱਸ ਹੈ, ਤੇ ਅਗਰ ਉਹ ਤੇ ਸੱਤਾ 'ਚ ਆਨੇ ਆ ਤੇ ਮੇਰੇ ਕੰਮ ਵੀ ਹੋਣਗੇ। ਮੈਂ ਕਹਿੰਦਾ ਦੁੱਗਣਾ ਤਿੱਗਣਾ ਫਾਇਦਾ, ਉਹਨਾਂ ਨੂੰ ਤਾਂ ਫਾਇਦਾ ਹੀ ਬਹੁਤ ਆ। ਜੇ ਕੇਜਰੀਵਾਲ ਇਹੋ ਜਿਹੇ ਫਾਇਦੇ ਲੈਣ ਇੱਥੇ ਆਉਂਦਾ ਤੇ ਕੁਦਰਤੀ ਉਹਨਾਂ ਦੇ ਜਿਹੜੇ ਫਾਲੋਅਰ ਆ ਉਹ ਵੀ ਤਾਂ ਫਾਇਦੇ ਲੈਣ ਲਈ ਆਉਣਗੇ। ਫਿਰ ਉਹ ਡਬਲ ਵੀ ਕਰਨਗੇ ਆਪਣੀ ਇਨਕਮ, ਤੇ ਗਾਂ ਸੱਤਾ ਦੇ ਭਾਗੀ ਵੀ ਹੋ ਸਕਦੇ ਆ। ਔਰ ਇਹ ਵੀ ਗੱਲ ਹੈਗੀ ਹੈ ਕਿ ਹਾਲਾਤ ਬਹੁਤ ਠੀਕ ਨਹੀਂ ਹੈ ਪਾਰਟੀਆਂ ਦੇ ਅੱਜ ਦੇ ਸਮੇਂ ਦੌਰਾਨ। ਕਿਹੜਾ ਦਬਾ ਕੇ ਤੇ ਕਿਹੜਾ ਪਤਿਆ ਕੇ, ਕਿਹੜਾ ਲਾਲਚ ਦੇ ਕੇ ਕਿੱਧਰ ਨੂੰ ਚਲੇ ਜਾਊਗਾ, ਜੋ ਤੁਸੀਂ ਪਹਿਲਾਂ ਵੀ ਦੇਖਿਆ ਔਰ ਉਦੋਂ ਬਾਅਦ ਵੀ ਆਪ ਦੇ ਵਿੱਚ ਤੇ ਵੱਡੀ ਗਿਣਤੀ ਬਾਹਰੋਂ ਦੂਜਿਆਂ 'ਚੋਂ ਆਈ ਹੈ। ਹਾਲਾਂਕਿ ਇੱਕ ਪਾਸੇ ਕਹਿ ਰਹੇ ਸੀਗੇ ਇਹਨਾਂ ਤੋਂ ਦੂਰ ਰੱਖੋ, ਇਹ ਕੂੜਾ ਕਚਰਾ ਸਾਨੂੰ ਕਾਂਗਰਸ ਦਾ ਨਹੀਂ ਚਾਹੀਦਾ। ਮੈਂ ਗਿਣ ਕੇ ਦੱਸ ਦਿੰਦਾ ਕਿੱਥੇ ਕਿੱਥੇ ਕੂੜਾ ਕਚਰਾ ਕਾਂਗਰਸ ਦਾ ਆਪ ਨੇ ਲਿਆ।
ਜਿਹੜਾ ਉਹ ਲਿਆ ਫਿਰ ਉਹ ਕਹਿਣਗੇ ਨਾ ਵੀ ਘਰ ਵਾਪਸੀ ਜੀ ਸਾਨੂੰ ਤੇ ਮਾਂ ਪਾਰਟੀ ਮਾਂ ਯਾਦ ਆ ਗਈ ਆ, ਹੁਣ ਅਸੀਂ ਤੇ ਚੱਲੇ ਬਹੁਤ ਉੱਧਰ ਛੇਤੀ ਹੋ ਜਾਂਦੀ, ਫਿਰ ਘੁੱਟਣ ਵੀ ਹੋ ਜਾਂਦੀ ਹੈ, ਘਰ ਵਾਪਸੀ ਵੀ ਹੋ ਜਾਂਦੀ ਹੈ, ਪਿਆਰ ਵੀ ਜਾਗ ਜਾਂਦਾ ਹੈ, ਸਾਰਾ ਕੁਝ ਹੋ ਜਾਂਦਾ। ਹਾਂਜੀ, ਸਰੋਪੇ ਨਾਲ ਹੀ ਪਏ ਹੁੰਦੇ, ਫਟਾਫਟ ਦੁਬਾਰਾ ਪਾ ਲੈਂਦੇ ਆਪਾਂ। ਬਸ ਤੇ ਲੋਕਾਂ ਨੇ ਵੀ ਇਹ ਮੰਨ ਲਿਆ ਵੀ ਪੋਲਿਟਿਕਸ ਇੰਝ ਹੀ ਚੱਲਦੀ ਆ, ਵੀ ਇਹ ਕੋਈ ਇੱਥੇ ਵਿਚਾਰਧਾਰਾ ਜਾਂ ਕੋਈ ਸ਼ਰਮ ਹਯਾ ਕਿਸੇ ਕਿਸਮ ਦੀ ਹੈ ਨਹੀਂ। ਮਤਲਬ ਕਿ ਪ੍ਰੋਬੇਬਿਲਿਟੀ ਹੈ ਮੰਡੀ। ਅੱਛਾ, ਮੈਂ ਲਾਸਟ ਗੱਲ ਕਹਿਦਾ, ਹੋਰ ਵੀ ਸਾਥੀ ਸਾਡੇ ਸਾਰੇ ਆਪਣਾ ਟਾਈਮ ਲੈਣਗੇ। ਜਿਹੜੇ ਪੰਡਿਤ ਹੈ ਸਾਰੇ ਇਲੈਕਸ਼ਨਾਂ ਦੇ ਤੇ ਜਿਹੜਾ ਐਨਾਲਿਸਿਸ ਕਰ ਰਹੇ ਆ, ਕਿ ਜਿਹੜੇ ਸਾਡੇ ਨਾਲ ਵੀ ਵਿਚਾਰ ਸ਼ੇਅਰ ਕਰ ਰਹੇ, ਜੇ ਤੇ ਮੈਜੋਰਿਟੀ 'ਚ ਆ ਗਈ ਆਪ, ਮਤਲਬ ਜੇ ਵਾਲੀ ਮੈਂ ਗੱਲ ਕਰ ਰਿਹਾ, ਜੋ ਜੇ ਬੜੀ ਵੱਡੀ ਆ, ਫਿਰ ਤੇ ਸ਼ਾਇਦ ਚੱਲ ਜੂ, ਘੱਟੋ ਘੱਟ ਕੁਛ ਦੇਰ ਤੇ ਚੱਲੂਗੀ। ਜੇ ਮੈਜੋਰਿਟੀ 'ਚ ਨਹੀਂ ਆਉਂਦੀ, ਮੰਨ ਲਓ ਜੋ ਬਹੁਤ ਖਿੱਚ ਕੇ 50 ਵੀ ਲੈ ਗਏ, ਉਹ ਕਹਿੰਦੇ ਆ ਕਿ ਇਹਨਾਂ ਨੂੰ 50 ਮਿੰਟ ਖਿੰਡਰ ਲਈ ਲੱਗਣਗੇ, ਮਤਲਬ ਉਹ ਇੰਨੀ ਜ਼ਿਆਦਾ ਸਪੀਡ। ਮੈਂ ਕਹਿੰਦਾ ਯਾਰ ਥੋੜਾ ਜਿਹਾ ਘੱਟ ਕਰਦੇ, 50 ਦਿਨ ਹੀ ਕਰ ਦਿਓ, ਮਤਲਬ ਕਿ 50 ਦਿਨ ਕਰ ਦਿਓ। ਕਹਿੰਦੇ ਨਹੀਂ, ਕਹਿੰਦੇ ਐਡੀ ਤੇਜ਼ੀ ਨਾਲ ਖਿਲਣਗੇ ਕਿ ਇਹ ਸਭ ਤੋਂ ਵੱਧ ਜਿਹੜਾ ਵਿਕਣ ਲਈ ਮਾਰਕੀਟ ਵਿੱਚ ਕਿਸੇ ਹੋਰ ਦੀ ਸਰਕਾਰ ਬਣਾਉਣ ਲਈ ਇਹ ਅਵੇਲੇਬਲ ਹੋਣ। ਰਾਈਟ ਰਾਜਨ ਜੀ ਬਹੁਤ ਵੱਡਾ ਪੁਆਇੰਟ ਹੈਗਾ ਇਹ ਵੈਸੇ ਵੀ ਚਰਚਾਵਾਂ ਸੀਗੀਆਂ ਤੇ ਆਪਾਂ ਦਰਸ਼ਕਾਂ ਨੂੰ ਵੀ ਦੱਸ ਦਈਏ, ਕਿਰਪਾ ਤੁਸੀਂ ਕਲੈਰੀਫਾਈ ਕਰ ਦੇਣਾ ਜੋ ਪ੍ਰੋਫੈਸਰ ਸਾਹਿਬ ਨੇ ਕਿਹਾ ਹੈਗਾ ਕਿ ਜੋ ਉਮੀਦਵਾਰ ਤੁਸੀਂ ਜਿਸ ਨੂੰ ਟਿਕਟ ਦਿੱਤੀ ਸੀਗੀ 2 ਦਿਨ ਪਹਿਲੇ ਆਂਦਾ, 1 ਦਿਨ ਪਹਿਲੇ ਆਂਦਾ, ਹਫ਼ਤੇ ਪਹਿਲੇ ਆਂਦਾ, ਇਧਰ ਕਾਂਗਰਸ, ਅਕਾਲੀ ਦਲ, ਭਾਜਪਾ, ਵਿਚ ਸੋ ਐਵਰ ਪਾਰਟੀ ਯੂ ਨੇਮ ਇਟ, ਜਿਨ੍ਹਾਂ ਤੋਂ ਤੁਸੀਂ ਲਿੱਤਾ ਸੀਗਾ, ਅੱਜ ਉਹਨੂੰ ਰੱਖ ਦਿਓ, ਅਗਲੇ ਦਿਨ ਹਲਕਾ ਇੰਚਾਰਜ ਦਾ ਮਤਲਬ ਟਿਕਟ ਤੇਰੀ ਪੱਕੀ ਹੈ, ਇਹ ਅੰਡਰਸਟੈਂਡਿੰਗ ਸੀਗੀ। ਤੇ ਉਸ ਤੋਂ ਬਾਅਦ ਤੇ ਜੇ ਇਹ ਜਿਹਾ ਤੁਸੀਂ ਕੀਤਾ ਤੇ ਉਹ ਬੰਦਾ ਵਾਪਸ ਜਾਣ ਨੂੰ ਤਾਂ ਫਿਰ ਉਨਾ ਹੀ ਟਾਈਮ ਲਾਏਗਾ। ਹਾਊ ਕ੍ਰੈਡੀਬਲ ਹੀ ਕੁਡ ਬੀ ਇਵਨ ਆਫਟਰ ਵਿਨਿੰਗ। ਦੇਖੋ ਜੀ, ਮੈਂ ਪਹਿਲਾਂ ਤਾਂ ਬਹੁਤ ਥੈਂਕਸ ਕਰਦਾ ਸਾਡੇ ਪ੍ਰੋਫੈਸਰ ਮਨਜੀਤ ਸਿੰਘ ਦਾ, ਸਿਆਸੀ ਮਾਹਰ ਜੀ, ਜਿਨ੍ਹਾਂ ਨੇ ਕਿ ਇਹ ਤਾਂ ਸ਼ੋਰ ਕਰਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਨਹੀਂ, ਜੇ ਬਹੁਤ ਵੱਡਾ ਲਾਇਆ ਸੀ ਉਹਨਾਂ ਨੇ, ਤੁਸੀਂ ਸੁਣਿਆ ਨਹੀਂ ਮੈਨੂੰ ਲੱਗਦਾ, ਉਹਨਾਂ ਨੇ ਜੇ ਬਹੁਤ ਵੱਡਾ ਲਾਇਆ ਸੀਗਾ, ਮੈਂ ਕਹਿ ਰਿਹਾ ਸਪੈਸੀਫਿਕ ਲਾਇਆ ਸੀਗਾ ਸਰ, ਉਹੀ ਕਹਿ ਰਿਹਾ ਮੈਂ। ਇਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਸਰਕਾਰ ਬਣ ਰਹੀ ਹੈ, ਪਹਿਲੀ ਵਾਰੀ ਵੀ ਟਾਰਗੇਟ ਕੀਤਾ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ, ਦੂਜੀ ਵਾਰੀ ਵੀ ਕੀਤਾ। ਐਨਾਲਿਸਟ ਦਾ ਮਤਲਬ ਹੁੰਦਾ ਕਿ ਇੱਕ ਸਾਰੀਆਂ ਪਾਰਟੀਆਂ ਨੂੰ ਇੱਕ ਲੈ ਕੇ ਤੇ ਇੱਕ ਤਸਵੀਰ ਪੇਸ਼ ਕਰਨੀ ਕਿ ਪੰਜਾਬ ਦਾ ਕੀ ਫਿਊਚਰ ਬਣ ਰਿਹਾ ਹੈ। ਕੱਲੀ ਆਮ ਆਦਮੀ ਬਾਕੀਆਂ ਦੀ ਵੀ ਮੈਂ ਲੈ ਲੈਣਾ, ਰੁਕ ਜਾਓ ਫਿਰ ਤੁਸੀਂ, ਮੈਂ ਲੈ ਲਵਾਂ ਇੱਕ ਮਿੰਟ ਨਹੀਂ ਖੜ ਜਾਓ, ਮੈਂ ਇਹਨਾਂ ਨੂੰ ਨਹੀਂ, ਫਿਰ ਤੁਸੀਂ ਲੈ ਲਓ, ਫਿਰ ਹੁਣ ਤੁਸੀਂ ਫਿਰ ਪੂਰੀ ਤਰ੍ਹਾਂ ਬਿਆਨ ਦਿਓ। ਆਮ ਆਦਮੀ ਪਾਰਟੀ ਇੱਕ ਇਹੋ ਜਿਹੀ ਸਟਰੋਂਗ ਪਾਰਟੀ ਹੈ ਜਿਹੜੀ ਦਿੱਲੀ ਦੇ ਵਿੱਚ ਆਈ, ਪਹਿਲੀ ਵਾਰ 17 ਚੋਂ 67 ਸੀਟਾਂ ਆਈਆਂ, ਸਾਡੇ ਸਾਰੇ ਐਮਐਲਏ ਉੱਥੇ ਪੂਰੇ ਇਕਜੁੱਟ ਰਹੇ, ਦੂਜੀ ਵਾਰੀ 62 ਆਈ ਹੈ ਤੇ ਇੰਨੀ ਵਧੀਆ ਉੱਥੇ ਸਰਕਾਰ ਚੱਲ ਰਹੀ ਹੈ ਦਿੱਲੀ ਦੇ ਵਿੱਚ। ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਆਊਗੀ ਤੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਚੱਲਦਾ ਕਰੂਗੀ ਤੇ ਇਕਜੁੱਟ ਰਹਿਣਗੇ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ। ਰਾਜਨ ਜੀ ਗੱਗਾ ਲੱਗਿਆ ਨਾ ਪਿੱਛੇ, ਆਊਗੀ, ਉਹ ਗੀ ਜਿਹੜਾ ਹੁੰਦਾ ਉਹ ਤੁਹਾਨੂੰ ਪਤਾ ਨਾ, ਉਹ ਕਿੱਥੇ ਕਿੰਦੇ ਵਿੱਚ ਆਉਂਦਾ, ਫਿਊਚਰ ਟੈਂਸ ਹੁੰਦਾ। ਸਰ ਰਿਜ਼ਲਟ ਐਲਾਨ ਹੋਣਾ ਬਾਕੀ ਹੈ, ਜਿੱਤ ਸਾਡੀ ਪੱਕੀ ਹੈ, ਐਲਾਨ ਹੋਣਾ ਬਾਕੀ ਹੈ, 10 ਮਾਰਚ ਆਉਣੀ ਹੈ ਤਾਂ ਆਊਗੀ। ਕੌਨਫੀਡੈਂਸ ਦੀ ਦਾਤ ਹੈ ਤੁਹਾਡੀ, ਕੌਨਫੀਡੈਂਸ ਦੀ ਦਾਤ, ਰਾਈਡਿੰਗ ਔਨ ਦਾ ਵੇਵਸ ਔਰ ਦੋ ਸਰਵੇਸ ਕੰਡਕਟਡ। ਅਸੀਂ ਜ਼ਮੀਨੀ ਲੈਵਲ ਤੇ ਕੰਮ ਕੀਤਾ ਹੈ। ਪਿਛਲੀ ਵਾਰੀ ਚੰਗੀ ਗੱਲ ਹੈ, ਚੰਗੀ ਗੱਲ ਹੈ। ਕੇਜਰੀਵਾਲ ਦੇ ਘਰ ਮੂਹਰੇ ਲੱਡੂ ਤੇ ਟੀਵੀ ਲੱਗੇ ਰਹਿ ਗਏ। ਉਹ ਕੀ ਕਹਿ ਰਹੇ ਸੰਤੋਖ ਜੀ, ਉਹ ਕਹਿੰਦੇ ਆ ਲੱਡੂ ਵੀ ਪਏ ਰਹਿ ਗਏ, ਟੀਵੀ ਵੀ ਲੱਗੇ ਰਹਿ ਗਏ। ਤੁਹਾਡੇ ਟੀਵੀ ਬੰਦ ਹੋਣਗੇ, ਕੀ ਬੰਦ ਨਮੋਸ਼ੀ ਨਾਲ ਅੰਦਰ ਆਪਾਂ ਇੱਥੇ ਬਿਠਾ ਲੈਣਾ ਆਪਣੇ ਟੀਵੀ ਤੇ, ਜਾਣ ਨਹੀਂ ਦੇਵਾਂਗੇ। ਰਾਜਨ ਜੀ ਕਮਿਟਮੈਂਟ ਹੈ, ਇੱਥੇ ਬਿਠਾ ਲੈਣਾ ਆਪਾਂ ਟੀਵੀ ਤੇ, ਉਹ ਮੈਂ ਲੱਡੂ ਖਵਾ ਦਾਂਗੇ ਅਸੀਂ, ਕੋਈ ਨਹੀਂ। ਲਾਈਵ ਡਿਬੇਟ ਦੇ ਵਿੱਚ ਬਠਿੰਡੇ ਤੋਂ ਇਹਨਾਂ ਦੇ ਕਾਂਗਰਸੀ ਅਕਾਲੀਆਂ ਦੇ ਬੰਦੇ ਨਹੀਂ ਆਉਂਦੇ ਸੀ, ਭੱਜ ਗਏ ਸੀ ਡਿਬੇਟਾਂ ਦੇ ਵਿੱਚੋਂ, ਵੀ ਕੀ ਜਵਾਬ ਦੇਵਾਂਗੇ। ਉਹ ਤੁਸੀਂ ਵੀ ਭਾਈ ਸਾਹਿਬ ਸਾਡੇ ਨਾਲ ਕਦੇ ਡਿਬੇਟ ਨਹੀਂ ਕੀਤੀ, 2 ਚੈਨਲ ਖਰੀਦ ਰਹੇ ਤੁਸੀਂ, ਉਹਨਾਂ ਨੂੰ ਇਹ ਕਹਿਤਾ ਵੀ ਸਮਾਜ ਮੋਰਚਾ ਜਿਹੜਾ ਨਾ ਸਾਂਝਾ, ਉਹਨਾਂ ਦੇ ਸਾਹਮਣੇ ਨਹੀਂ ਤੁਹਾਨੂੰ ਕਰਨਾ। ਤੁਸੀਂ ਆਪਦੀ ਵੀ ਗੱਲ ਕਰੋ ਨਾ, ਮੈਂ 9 ਲੈ ਰਿਹਾ ਨਿਊਜ਼ 18। ਨਹੀਂ ਚਲੋ ਆਪਾਂ ਕਿਸੇ ਦਾਰੇ ਦਾ ਨਹੀਂ ਲੈਣਾ ਸੰਤੋਖ ਜੀ, ਆਪਾਂ ਸਾਨੂੰ ਬੁਲਾਇਆ ਨਹੀਂ ਉਹਨਾਂ ਨੇ, ਕਿਉਂਕਿ ਤੁਸੀਂ ਪੈਸੇ ਸਹੀ ਪਾਰਟੀ ਦੀ ਹੁੰਦਾ, ਆਪਾਂ ਵੀ ਸ਼ੁਡ ਨੇਮ ਪਲੀਜ਼। ਕਿਸਾਨਾਂ ਦੀ ਆਮ ਆਦਮੀ ਪਾਰਟੀ ਹੈ, ਇਹ ਜੋ ਸੰਯੁਕਤ ਸਮਾਜ ਮੋਰਚਾ ਇਹਨਾਂ ਨੇ ਬਣਾਇਆ, ਦੂਜੀਆਂ ਪਾਰਟੀਆਂ ਵੱਲੋਂ ਬਣਾਇਆ ਗਿਆ ਕਿ ਆਮ ਆਦਮੀ ਪਾਰਟੀ ਨਾ ਇਹ ਉਹਦੇ ਚੋਂ ਇਹਨਾਂ ਨੂੰ ਕਿਸੇ ਨੇ ਵੈਲਿਊ ਨਹੀਂ ਪਾਈ ਇਹਨਾਂ ਦੀ। ਅੱਜ ਇਹ ਗੱਲਾਂ ਕਰਦੇ ਪੰਜਾਬ ਨੂੰ ਬਚਾਉਣ ਦੀ, ਜੇ ਇਹਨਾਂ ਨੇ ਕਰਨੀ ਸੀ ਨਾ ਤੇ ਤੁਸੀਂ ਪਹਿਲੇ ਇਹਨਾਂ ਦੇ ਨਾਲ ਗੱਠਜੋੜ ਕਰਨ ਨੂੰ ਫਿਰਦੇ ਸੀਗੇ, ਹੁਣ ਤੁਸੀਂ ਕਹਿੰਦੇ ਹੋ ਕਿ ਵੈਲਿਊ ਨਹੀਂ ਪਾਈ। ਜਦੋਂ ਇਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਨਹੀਂ, ਥੋੜਾ ਜਿਹਾ ਦੁਸ਼ਮਣਾਂ ਨਾਲ ਕਿਵੇਂ ਵੈਲਿਊ ਨਹੀਂ ਪਾਈ, ਤੁਸੀਂ ਪਹਿਲੇ ਆਪ ਅਸੀਂ ਪੰਜਾਬ ਦੇ ਦੁਸ਼ਮਣਾਂ ਨਾਲ ਕਦੇ ਵੀ ਹੱਥ ਨਹੀਂ ਮਿਲਾਵਾਂਗੇ। ਇਹ ਦੁਸ਼ਮਣ ਆ ਪੰਜਾਬ ਦੇ, ਪੰਜਾਬੀਅਤ ਦੇ। ਇਹ ਚੰਦ ਲੋਕ ਹੈ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਆ, ਇਹ ਦੁਸ਼ਮਣ ਹੈ ਪੰਜਾਬ ਦੇ। ਪਰ ਉਹਨਾਂ ਦੀ ਆਤਮਾ ਹੈਗੀ ਆ, ਤੁਹਾਡਿਆਂ ਕੋਈ ਵਿਕੀ ਨਹੀਂ ਹੋਈ ਆਤਮਾ। ਉਹ ਆਤਮਾ ਦਿੱਲੀ ਵਾਲੇ ਬੰਦਿਆਂ ਨੂੰ ਵੇਚੀ ਨਹੀਂ ਆਤਮਾ ਦੀ ਆਤਮਾ। ਸਾਡੀ ਆਤਮਾ ਵਿਕ ਗਈ, ਥੋੜੀ ਤਾਂ ਵਿਕੀ ਹੋਈ ਪਹਿਲਾਂ ਹੀ। ਪੰਜਾਬ ਤੁਸੀਂ ਤਾਂ ਹੈ ਹੀ ਬਕਾਊ ਮਾਲ, ਹੁਣ ਲੱਗ ਜੂਗਾ ਪਤਾ। ਵਿਕੇ ਤੁਸੀਂ ਹੋ,
ਕਾਂਗਰਸ ਕੋਲ ਤੁਸੀਂ ਖਰੀਦਣ ਵੀ ਜਾਣਦੇ ਹੋ, ਵਿਕਣ ਵੀ ਜਾਣਦੇ ਆ। ਪੰਜਾਬ ਦੇ ਓਕੇ ਭੁੱਲਰ ਸਾਹਿਬ ਇੱਕ ਆਪਾਂ ਨੇ ਇੱਕ ਬੜਾ ਇੰਪੋਰਟੈਂਟ ਪੁਆਇੰਟ ਸੀਗਾ ਰਾਜੇਵਾਲ ਜਿਹਨੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ, ਇਹ ਪੰਜਾਬ ਦੇ ਕਿਸਾਨ 10 ਮਾਰਚ ਨੂੰ ਦੱਸਣ। ਰਾਜਨ ਜੀ ਜੇ ਤੁਹਾਡਾ ਸਮਝੌਤਾ ਹੋ ਜਾਂਦਾ, ਤੁਹਾਡਾ ਗੱਠਜੋੜ ਹੋ ਜਾਂਦਾ ਤੇ ਰਾਜੇਵਾਲ ਸੰਤ ਸੀ, ਹੁਣ ਨਹੀਂ ਹੋਇਆ ਤੇ ਉਹਨਾਂ ਨੇ ਧੋਖਾ ਕੀਤਾ। ਸਾਡਾ ਸਮਝੌਤੇ ਦੀ ਗੱਲ ਹੀ ਚੱਲੀ ਹੈ, ਇਹਨਾਂ ਨਾਲ ਰਿਊਮਰਸ ਹੈ, ਜਿਵੇਂ ਹੁਣੇ ਬੈਠੇ ਆਪਣੇ ਪੈਨਲਿਸਟ। ਮੈਂ ਖੁਦ ਗੱਲ ਕੀਤੀ ਹੈ ਬਲਵੀਰ, ਮੈਂ ਰਾਜੇਵਾਲ ਸਾਹਿਬ ਦੇ ਨਾਲ ਖੁਦ ਗੱਲ ਕੀਤੀ। ਹੀ ਸੈਡ ਹੀ ਵੈਂਟ ਟੂ ਮੀਟ ਕੇਜਰੀਵਾਲ ਨੇ ਕਿਹਾ, ਰਾਜੇਵਾਲ ਜੀ ਨੇ ਕਹਿੰਦੇ ਸੀ ਸਰ, ਰਾਜੇਵਾਲ ਸਾਹਿਬ ਚਾਹੁੰਦੇ ਸੀ ਆਪਣੀ ਮੂੰਹੋਂ ਕਹਿ ਕੇ ਵੀ ਕੇਜਰੀਵਾਲ ਚਾਹੁੰਦਾ ਸੀ ਮੇਰੇ ਨਾਲ ਲੱਗ ਜਾਣਾ। ਭੁੱਲਰ ਸਾਹਿਬ ਮੈਂ ਕੀ ਕਰਦਾ, ਸਭ ਕੁਝ ਜਾਣਾ। ਆਲਰਾਈਟ ਰਾਜਾ ਜੀ, ਓਕੇ ਭੁੱਲਰ ਸਾਹਿਬ ਠੀਕ ਹੈ। ਕੇਜਰੀਵਾਲ ਸਾਹਿਬ ਨੇ ਇਹ ਗੱਲ ਹੈ, ਸੰਤੋਖ ਜੀ ਓਕੇ। ਭੁੱਲਰ ਕੇਜਰੀਵਾਲ ਸਾਹਿਬ ਨੇ ਨਹੀਂ ਕਹੀ ਇਹ ਗੱਲ। राजन जी मैं तो हमारे जो कैंडिडेट हैं वो भी किसानों के बच्चे हैं। राजेवाल जी आप ही आ जाओ, सारे किसानों के बच्चे हैं, वी शुड बी प्राउड ऑफ। उन्होंने कोई दिक्कत नहीं, चलो सारे ही ने ਆਪਾਂ ਉਹਨਾਂ ਦੇ ਖਾਣੇ ਆ, ਅੰਨ ਉਗਾਉਂਦੇ ਆ, ਕੋਈ ਗੱਲ ਨਹੀਂ ਰਾਜਨ ਜੀ, ਕੋਈ ਗੱਲ ਨਹੀਂ, ਠੰਡ ਰੱਖੋ, ਠੰਡ। ਇਹਦੇ ਨਾਲ ਉਹ ਕਰਦੇ ਤੁਸੀਂ ਪਾਣੀ ਪੂਣੀ ਪੀਓ, ਕੋਈ ਨਹੀਂ। ਭੁੱਲਰ ਸਾਹਿਬ ਆਪਾਂ ਆਰਾਮ ਦੇ ਨਾਲ ਆਪਾਂ ਆਰਾਮ ਨਾਲ ਕਰ ਬੈਠੇ, ਕੋਈ ਗੱਲ ਨਹੀਂ। ਭੁੱਲਰ ਸਾਹਿਬ ਪ੍ਰੋਫੈਸਰ ਸਾਹਿਬ ਦੇ ਪੁਆਇੰਟ ਨੂੰ ਆਪਾਂ ਅੱਗੇ ਲੈ ਕੇ ਜਾ ਰਹੇ ਹਾਂ। ਸੰਭਾਵੀ ਜਿਹੜੇ ਗੱਠ ਜੋੜ ਆ ਕਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ। ਉਹ ਜੋ ਪ੍ਰੋਫੈਸਰ ਸਾਹਿਬ ਨੇ ਕਿਹਾ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਅਗਰ ਬਣਦੀ ਵੀ ਰਹਿ ਗਈ, 40 45 50 ਦੇ ਵਿਚਾਲੇ ਹੋ ਗਿਆ ਤੇ ਤਾਸ਼ ਦੇ ਪੱਤਿਆਂ ਵਾਂਗ 50 ਮਿੰਟ ਨੂੰ ਲੱਗਣੇ, ਖਿੰਡ ਜਾਣੇ ਸਾਰੇ ਜਾਂ ਵਿਕ ਜਾਣੇ ਫॉर ਸੇਲ, ਜੋ ਪ੍ਰੋਫੈਸਰ ਸਾਹਿਬ ਕਹਿ ਰਹੇ ਆ। ਦੇਖੋ ਇਸ ਤਰ੍ਹਾਂ ਹੈਗਾ ਕਿ ਤੁਹਾਡਾ ਯੋਗਦਾਨ ਕਿੰਨਾ ਰਹੂਗਾ, ਮੈਂ ਆਪਣਾ ਵੀ ਐਡ ਕਰ ਦਿੰਦਾ ਨਾਲ। ਮੈਂ ਦੱਸਦਾ ਕਿ ਖਰੀਦਣ ਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਆਮ ਆਦਮੀ ਪਾਰਟੀ ਨੂੰ ਬੜੇ ਨੇੜੇ ਤੋਂ ਦੇਖਿਆ ਹੈ। ਇਹ ਫਾਊਂਡਰ ਨੇ ਉਸ ਪਾਰਟੀ ਦੇ, ਹਾਂ, ਤੇ ਇਹਨਾਂ ਨੂੰ ਪਤਾ ਹੈ ਉਸ ਪਾਰਟੀ ਦਾ ਵੀ, ਉਸ ਪਾਰਟੀ 'ਚ ਕਿੰਨਾ ਕੁ ਦਮਖਮ ਹੈਗਾ, ਕਿਸ ਤਰ੍ਹਾਂ ਉਹਨਾਂ ਨੂੰ ਬਾਹਰ ਦੇ ਰਸਤੇ ਦਿਖਾਏ ਜਾਂਦੇ ਲੀਡਰਾਂ ਨੂੰ, ਔਰ ਕਿਸ ਤਰੀਕੇ ਨਾਲ ਉੱਥੇ ਖਰੀਦੇ ਜਾਂਦੇ, ਵੇਚੇ ਜਾਂਦੇ ਨੇ। ਇਹਨਾਂ ਨੂੰ ਉਸ ਮੰਡੀ ਦਾ ਪਤਾ ਹੈ ਸਾਰੀ ਦਾ। ਤੇ ਬਾਕੀ ਦੀ ਜਨਤਾ ਸਾਰੀ ਨਵੀਂ ਆਈ ਹੈ, ਜਿੰਨਾ ਮਰਜ਼ੀ ਕਿੱਲੀ ਜਾਵੇ। ਜਿੱਦਣ ਕਿਸਾਨਾਂ ਦੀ ਗੱਲ ਆਈ ਸੀ, ਕਿਸਾਨਾਂ ਨੇ ਇਲੈਕਸ਼ਨ ਲੜਨੀ ਹੈ, ਤੇ ਚੱਡਾ ਸਾਹਿਬ ਪਹਿਲੇ ਉਹ ਬੰਦੇ ਸੀ ਜਿਨ੍ਹਾਂ ਨੂੰ ਚਮੂਣੇ ਲੜੇ ਸੀ। ਜਿਹੜੀ ਇਹ ਗੱਲ ਕਹਿੰਦੇ ਨੇ ਚਮੂਣੇ ਲੜ ਰਹੇ ਸੀ, ਚਮੂਣੇ ਇਹਨਾਂ ਨੂੰ ਲੜੇ ਸੀ ਉਦੋਂ, ਔਰ ਉਹਨਾਂ ਨੇ ਆ ਕੇ ਕਿਹਾ ਸੀਗਾ ਵੀ ਕਿਸਾਨ ਕਿਉਂ ਇਲੈਕਸ਼ਨ ਲੜ ਰਹੇ ਨੇ, ਇਹ ਗਲਤ ਕਰ ਰਹੇ ਨੇ। ਮਤਲਬ ਇਹ ਚਮੂਣੇ ਲੜੇ ਸੀ ਇਹਨਾਂ ਨੂੰ, ਤੇ ਇਸ ਕਰਕੇ ਹੁਣ ਵੀ ਚਮੂਣੇ ਹੀ ਲੜ ਰਹੇ ਆ। ਦੂਜੀ ਗੱਲ ਜਿਹੜੀ ਪ੍ਰੋਫੈਸਰ ਸਾਹਿਬ ਵਾਲੀ ਗੱਲ ਹੈ, ਪ੍ਰੋਫੈਸਰ ਸਾਹਿਬ ਪਿਛਲੀ ਵਾਰੀ 8 ਰਹਿ ਗਏ ਸੀਗੇ 20 ਚੋਂ, ਤੇ ਇਸ ਵਾਰੀ ਉਹ 8 ਵੀ ਆ ਜਾਣ ਤੇ ਬਹੁਤ ਵੱਡੀ ਗਣੀਮਤ ਹੈ। ਨਹੀਂ ਕਿੱਧਰ ਆਣ, ਤੁਹਾਡੇ ਵਾਲੇ ਪਾਸੇ ਨਹੀਂ ਆਣ, ਕਿੱਧਰ ਤੁਹਾਡੇ ਵਾਲੇ ਪਾਸੇ ਆਣ। ਅੱਛਾ ਜਿੱਤ ਕੇ, ਓਕੇ। ਔਰ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਕੇਜਰੀਵਾਲ ਨੇ ਜਿਹੜਾ ਸਭ ਤੋਂ ਵੱਡਾ ਸਟੈਪ ਇਸ ਚੀਜ਼ 'ਚ ਲਿਆ ਇਸ ਵਾਰੀ, 9 ਕੌਂਸਟੀਟਿਊਂਸੀਆਂ 8 ਕੌਂਸਟੀਟਿਊਂਸੀਆਂ ਜਿਹੜੀਆਂ ਸੰਗਰੂਰ ਸੰਸਦ ਦੀਆਂ ਆਉਂਦੀਆਂ ਨੇ ਜੀ, ਜਿੱਥੋਂ ਦੀ ਅਗਰ ਭਗਵੰਤ ਮਾਨ ਜਿੱਤ ਜਾਂਦਾ ਹੈ, ਉਹ ਸੀਟ ਖਾਲੀ ਹੋਣੀ ਹੈ, ਉੱਥੇ ਉਹਨੇ ਆਪਣੀ ਘਰਵਾਲੀ ਨੂੰ ਪ੍ਰੋਜੈਕਟ ਕੀਤਾ ਹੈ। ਮੈਂਬਰ ਪਾਰਲੀਮੈਂਟ ਉਹ ਲੜੇਗੀ ਉੱਥੋਂ ਦੀ ਹੁਣ, ਓਕੇ। ਇਹ ਵੀ ਦੱਸਿਆ ਤੁਹਾਨੂੰ। ਅੱਛਾ ਇਹ ਵੀ ਪਲਾਨ ਹੈਗਾ, ਇਹ ਤਾਂ ਪਤਾ ਹੀ ਨਹੀਂ ਚੱਲਿਆ। ਇਹਨਾਂ ਨੂੰ ਨਹੀਂ ਪਤਾ ਹੋਣਾ, ਤੁਹਾਨੂੰ ਪਹਿਲੇ ਪਤਾ ਚੱਲ ਜਾਂਦਾ। ਦੇਖੋ ਇਹਨਾਂ ਦੀ, ਤੁਸੀਂ ਦੇਖੋ ਸੀਆਈਡੀ ਕਿੰਨੀ ਤਗੜੀ ਹੈ ਅਕਾਲੀ ਦਲ ਦੀ। ਰਾਜਨ ਜੀ ਇਹ ਗੱਲ ਗਲਤ ਹੈ। ਤੁਸੀਂ ਇਹ ਦੱਸੋ ਵੀ ਪੰਜਾਬ 'ਚ ਹੋਰ ਕਿਹੜੀ ਜਗ੍ਹਾ ਤੇ ਜਾ ਕੇ ਕੰਪੇਨ ਕੀਤੀ ਹੈ ਸਿਵਾਏ ਉਹਨਾਂ ਸੀਟਾਂ ਤੋਂ? ਕੋਈ ਇੱਕ ਸੀਟ ਦੱਸ ਦਿਓ। ਨਹੀਂ ਪੁਆਇੰਟ ਤਾਂ ਹੈ ਪ੍ਰੋਫੈਸਰ ਸਾਹਿਬ, ਮੈਂ ਤੁਹਾਡੇ ਤੋਂ ਲਵਾਂਗਾ ਇਸ ਵਾਰ ਪੁਆਇੰਟ। ਇਹ ਵੈਸੇ ਇੰਪੋਰਟੈਂਟ ਪੁਆਇੰਟ ਹੈ ਜੋ ਰੇਸ ਕੀਤਾ ਭੁੱਲਰ ਸਾਹਿਬ ਨੇ। ਮੈਂ ਦੀਵਾਨ ਜੀ ਕੁਝ ਕਹਿਣਾ ਚਾਹ ਰਹੇ, ਭੁੱਲਰ ਸਾਹਿਬ ਉਹਨਾਂ ਕੋ ਜਾ ਕੇ ਆना है, फिर विनोद जी को जाना। ਇੱਕੋ ਗੱਲ ਕਹੂੰਗਾ ਵੀ ਆਮ ਆਦਮੀ ਪਾਰਟੀ ਕਿਤੇ ਵੇਸਟ ਨਹੀਂ ਹੈ, ਸਿਰਫ ਔਰ ਸਿਰਫ ਕੰਨਾਂ ਤੇ ਹੈ। ਓਕੇ, ਕਿਹਾ ਜਾ ਰਿਹਾ ਵੀ ਇੱਕ ਵਾਰ ਕੇਜਰੀਵਾਲ ਉਹ ਸਿਰਫ ਕੰਨਾਂ ਜਿਹੜੇ ਬੈਨਰ ਬੁਨਰ ਲਾਏ ਇਹਨਾਂ ਨੇ ਗਰਾਊਂਡ 'ਚ ਨਹੀਂ ਹੈ, ਬਸ ਉਹਨਾਂ ਤੇ ਹੀ ਹੈ। ਉਸ ਤੋਂ ਅੱਗੇ ਕਿਤੇ ਨਹੀਂ ਹੈਗੀ ਆਮ ਆਦਮੀ ਪਾਰਟੀ ਅੱਜ ਤਰੀਕ ਦੇ ਵਿੱਚ। ਅਗਰ ਮੁਕਾਬਲਾ ਹੈ ਕਿਤੇ ਤੇ ਸ਼੍ਰੋਮਣੀ ਅਕਾਲੀ ਦਲ ਦਾ, ਜਾਂ ਕਿਤੇ ਕਾਂਗਰਸ ਦਾ, ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਆਮ ਆਦਮੀ ਪਾਰਟੀ ਨਾਲ ਹੈ, ਕਿਤੇ ਵੀ ਆਪਸ ਇਹਨਾਂ ਦੇ ਮੁਕਾਬਲੇ ਨਹੀਂ ਹੈਗੇ। ਔਰ ਪੰਜਾਬ ਦੇ ਨਕਸ਼ੇ ਚੋਂ ਨਹੀਂ, ਇਹ ਮੁਕਾਬਲਾ ਆਪੋਜੀਸ਼ਨ ਦੇ ਵਿੱਚ ਵਾਲੇ ਕਹਿ ਰਹੇ ਹੋ ਕਿ ਵਿਨਿੰਗ ਵਾਲੇ ਕਹਿ ਰਹੇ ਹੋ? ਦੇਖੋ ਇਹ ਆਪੋਜੀਸ਼ਨ ਚੋਣ ਕੇ ਇਹਨਾਂ ਦਾ ਮੁਕਾਬਲਾ ਦੂਸਰੀ ਸੀਟ ਵਾਸਤੇ ਹੈ, ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਨਹੀਂ ਹੈ। ਲੀਡਿੰਗ ਚ ਜਿਹੜਾ ਫਰੰਟ ਰਨਰ ਹੋ ਤੁਸੀਂ ਹੋ, ਓਕੇ। ਦੂਜੀ ਗੱਲ ਦੱਸ ਦਿੰਦੇ ਆ ਕਿ ਵਿਕਣ ਨੂੰ ਇਹ ਤਿਆਰ ਨੇ, ਖਰੀਦਣ ਨੂੰ ਸਾਰੇ ਤਿਆਰ ਨੇ। ਤੁਸੀਂ ਵੀ, ਤੁਹਾਡੀ ਪਾਰਟੀ ਵੀ, ਫਿਰ ਰੇਟ ਰੂਟ ਵੀ ਦੱਸ ਦਿਓ। ਗੱਲ ਇਹ ਜਦੋਂ ਲੱਗਣਗੇ ਉਹ ਦੱਸਾਂਗੇ ਕੀ ਹੈ। ਇਹਦੇ ਹੁਣ ਨੂੰ ਤਿਆਰ ਨੇ, ਇਹਨਾਂ ਨੇ ਗੱਡੀ ਦੇ ਸਵਾਰ ਹੋਣਾ। ਜਿਹੜੀ ਪਾਰਟੀ ਤੁਸੀਂ ਵੀ ਗੱਡੀ 'ਚ ਬੈਠੇ ਹੋ, ਕਿਤੇ ਬੈਗ ਬੁੱਕ ਨਾ ਰੱਖਿਆ ਹੋਵੇ ਪਿੱਛੇ, ਚੈੱਕ ਕਰਵਾ ਲਓ। ਮੈਂ ਦੱਸਦਾ, ਮੈਂ ਉਹੀ ਦੱਸਿਆ ਜੀ ਵੀ ਕੱਲ ਨੂੰ ਜਿਹੜੀ 10 ਮਾਰਚ ਨੂੰ ਪਾਰਟੀ ਅੱਗੇ ਆ ਗਈ ਤੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਆਉਣਾ ਔਰ ਆਪਣੇ ਬਲਬੂਤੇ ਸਰਕਾਰ ਬਣਾਉਣੀ ਹੈ, ਠੀਕ ਹੈ। ਲੇਕਿਨ ਇਹ ਵਿਕਣ ਨੂੰ ਤਿਆਰ ਬੈਠੇ ਹੈ। ਓਕੇ, ਇਹ ਬੜਾ ਵੱਡਾ ਪੁਆਇੰਟ ਹੈ। ਦੋ ਦੀਵਾਨ ਜੀ ਕੁਝ ਕਹਿਣਾ ਚਾਹ ਰਹੇ ਹੈ।
ਇਦਾਂ ਗੌਰਵ ਜੀ, ਰੇਟ ਦੱਸੋਗੇ ਪਹਿਲੇ ਤੁਸੀਂ? ਪ੍ਰੋਫੈਸਰ ਮਨਜੀਤ ਸਿੰਘ ਜੀ ਤੋਂ ਉੱਥੋਂ ਹੀ ਗੱਲ ਰੈਫਰੈਂਸ ਚੱਲਦਿਆ ਵਾ। ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਕਿਹਾ ਕਿ ਜੇ 40 ਸੀਟਾਂ ਆਮ ਆਦਮੀ ਪਾਰਟੀ ਲੈ ਜਾਂਦੀ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਪ੍ਰੋਫੈਸਰ ਮਨਜੀਤ ਸਿੰਘ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਦੁਆਬੇ ਚੋਂ ਕਿਹੜੀ ਸੀਟ ਲੈ ਰਹੇ ਆ ਆਮ ਆਦਮੀ ਪਾਰਟੀ, ਮਾਝੇ ਚੋਂ ਕਿਹੜੀ ਸੀਟ ਲੈ ਰਹੇ ਆ, ਮਾਲਵੇ ਦੇ ਵਿੱਚ 69 ਸੀਟਾਂ ਵਾ, ਉਹਨਾਂ ਮਾਲਵੇ ਦੇ ਵਿੱਚੋਂ ਕੱਲੀਆਂ 40 ਲੈ ਜਾਣਗੇ। ਸੋ ਗੱਲ ਇਹ ਹੈ ਕਿ ਇਹ ਹਵਾ 'ਚ ਆ ਸਾਰਾ ਕੰਮ। ਲੇਕਿਨ ਜਿਹੜੀ ਗੱਲ ਰਾਜਾ ਜੀ ਕਹਿ ਰਹੇ ਆ ਜੀ, ਦਿੱਲੀ ਮਾਡਲ, ਇਹਨਾਂ ਦੇ ਵਿੱਚ ਐਡੀ ਵੱਡੀ ਬ੍ਰੇਕੇਜ ਹੋਈ ਦਿੱਲੀ ਦੇ ਵਿੱਚ ਵੀ। ਤੁਸੀਂ ਦੇਖੋ ਹਲਕਾ ਲਾਂਬਾ ਛੱਡ ਕੇ ਚਲੀ ਗਈ, ਭੂਸ਼ਣ ਪ੍ਰਸ਼ਾਂਤ ਭੂਸ਼ਣ ਛੱਡ ਕੇ ਚਲਾ ਗਿਆ, ਜੋਗਿੰਦਰ ਯਾਦਵ ਛੱਡ ਕੇ ਚਲਾ ਗਿਆ। ਦੀਵਾਨ ਜੀ ਦੇ ਵਿੱਚ 3 ਇਹਨਾਂ ਦੇ ਐਮਪੀ ਸੀ, 3 ਐਮਪੀ। ਇਹ ਭੁੱਲਰ ਸਾਹਿਬ ਨੇ ਦੱਸਿਆ, ਤੁਸੀਂ ਅੱਗੇ ਵਧਾਓ ਕਾਰਵਾਂ ਅੱਗੇ ਵਧਾਓ। ਦੀਵਾਨ ਜੀ ਆਪਾਂ ਸੁਣ ਲਿਆ, ਭੁੱਲਰ ਸਾਹਿਬ ਨੇ ਦੱਸਤਾ ਆਲਰੇਡੀ, ਆਪਾਂ ਟਾਈਮ ਇੱਥੇ ਲਾਣਾ ਹੈ। ਹੁਣ ਪਤਾ ਕੀ ਹੈ ਦੀਵਾਨ ਸਾਹਿਬ, ਮੇਰਾ ਸਵਾਲ ਸੁਣ ਲਿਓ, ਕਿਰਪਾ ਮੇਰਾ ਸਵਾਲ ਸੁਣ ਲਿਓ। ਆਪਾਂ ਨਾ ਪੰਜਾਬ ਪੁਆਇੰਟ 'ਚ ਗੱਲ ਉਹੀ ਰੱਖਦੇ ਜੋ ਲੋਕਾਂ ਦੀ ਨਾ ਜ਼ੁਬਾਨ ਤੇ ਹੁੰਦੀ ਹੈ, ਤੇ ਆਪਾਂ ਬਸ ਉਹਨੂੰ ਜਿਹੜੇ ਸ਼ਬਦ ਦੇ ਦਿੰਦੇ, ਤੁਹਾਡੇ ਮੂਹਰੇ ਲਿਆ ਦਿੰਦੇ ਆ। ਹੁਣ ਦੁਨੀਆ ਸੁਣ ਰਹੀ ਹੈ, ਪੂਰੀ ਦੁਨੀਆ 'ਚ ਲਾਈਵ ਚੱਲ ਰਹੇ ਆਪਾਂ। ਗੱਲ ਬੜੀ ਕਲੀਅਰ ਹੈ, ਇਹ ਗੱਲ ਆਮ ਚਰਚਾ 'ਚ ਹੈਗੀ ਹੈ। ਜੇ ਹੰਗ ਆਂਦੀ ਹੈ ਤੇ ਸਿਨੈਰੀਓ ਕੀ ਹੋਗਾ? ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਖਰੀਦੋ ਫਰੋਖਤ ਹੋ ਸਕਦੀ ਹੈ, ਉਹਨਾਂ ਲਾਈਟਰ ਵੇਨ ਵੀ ਡਿਸਕਸ ਦੋਸ ਥਿੰਗਸ, ਬਟ ਜੇ ਖਰੀਦੋ ਫਰੋਖਤ ਹੁੰਦੀ ਹੈ, ਹੰਗ ਆਂਦੀ ਹੈ, ਇਨ ਦੈਟ ਕੇਸ ਸਿਨੈਰੀਓ ਕਿੱਦਾਂ ਦਾ ਹੋਊਗਾ? ਆਪਾਂ ਇਸ ਦੇ ਉੱਪਰ ਚਰਚਾ ਕਰ ਰਹੇ ਹਾਂ। ਤੁਹਾਡੀ ਪਾਰਟੀ ਡਬਲ ਡਿਜਿਟ, ਜਿਹੜੀ ਤੁਹਾਡਾ ਗੱਠ ਜੋੜ ਹੈ, ਡਬਲ ਡਿਜਿਟ ਕ੍ਰਾਸ ਕਰਦਾ ਦਿਖਾਈ ਦੇ ਰਿਹਾ, ਜਾਂ ਭੁੱਲਰ ਸਾਹਿਬ ਤਾਂ ਕਹਿੰਦੇ ਸਾਰੇ ਤਿਆਰ ਬੈਠੇ ਖਰੀਦਣ ਨੂੰ, ਫਿਰ ਤੁਸੀਂ ਵੀ ਉਹਨਾਂ ਚੋਂ ਇੱਕ ਹੈਗੇ ਹੋ, ਮਤਲਬ ਕਿ ਖਰੀਦਣ ਵਾਲਿਆਂ ਚੋਂ? ਗੌਰਵ ਜੀ, ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਜੀ ਦੀ ਇੱਕ ਗੱਲ ਹੋਰ ਨਹੀਂ ਸੁਣੀ। ਉਹਨਾਂ ਨੇ ਕਿਹਾ ਮੋਦੀ ਜੀ ਦੀਆਂ ਜਿਹੜੀਆਂ 3 ਰੈਲੀ ਹੋਈਆਂ, ਉਹਨਾਂ ਨੇ ਵੀ ਕਰੰਟ ਕ੍ਰੀਏਟ ਕੀਤਾ। ਕੀ ਬਾਤ ਹੈ, ਇਹ ਗੱਲ ਕੀਤੀ ਤੁਸੀਂ? ਔਰ ਸਾਡੀ ਪਾਰਟੀ ਜਿਹੜੀ ਹੈ ਉਹ ਲੀਡਿੰਗ ਪੋਜੀਸ਼ਨ 'ਚ ਆਏਗੀ ਪੰਜਾਬ ਦੇ ਵਿੱਚ। ਔਰ ਤੁਸੀਂ ਜਿਹੜੀ ਕਹਿ ਰਹੇ ਹੋ ਨਾ, ਜੇ ਹੰਗ ਅਸੈਂਬਲੀ ਆਉਂਦੀ ਹੈ, ਤਾਂ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਰਿਹਾ ਕਿ ਜਿਹੜਾ ਵਿਅਕਤੀ ਕਾਂਗਰਸ ਦਾ ਕਹਿ ਰਿਹਾ ਸੀ ਨਾ ਕਿ ਮੇਰੇ ਮਗਰ 42 ਐਮਐਲਏ ਆ, ਉਹ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮਿਲ ਕੇ ਆਇਆ। ਓਕੇ, ਇਹ ਤਾਂ ਬੜਾ ਵੱਡਾ ਖੁਲਾਸਾ ਕਰਦੇ ਤੁਸੀਂ। ਪੰਜਾਬ ਪੁਆਇੰਟ 'ਚ ਬ੍ਰੇਕਿੰਗ ਮੈਂ ਚਲਵਾ ਦਾਂਗਾ, ਤੁਸੀਂ ਦੱਸ ਦਿਓ, ਫਿਰ ਨਾਮ ਵੀ ਇਕੱਠਾ ਪੂਰਾ ਹੀ ਦੱਸ ਦਿਓ। ਤੁਸੀਂ ਕਿਹਾ ਗੱਲ ਨੂੰ ਅੱਗੇ ਲੈ ਕੇ ਜਾਓ। ਮੈਂ ਤਾਂ ਹੀ ਤਾਂ ਕਹਿ ਰਿਹਾ, ਮੈਂ ਹੋਰ ਅੱਗੇ ਤੋੜਤੀ ਦੱਸੋ, ਮੈਂ ਬ੍ਰੇਕਿੰਗ ਵਿੱਚ ਚੱਲਣਾ ਨਾਲ ਨਾ ਤਾਂ ਦੱਸ ਦਿਓ ਹੁਣ। ਬਹੁਤ ਸਾਰੀਆਂ ਸੰਭਾਵਨਾਵਾਂ, ਲੇਕਿਨ ਭਾਰਤੀ ਜਨਤਾ ਪਾਰਟੀ ਅਲਾਇੰਸ ਆਪਣੇ ਦਮ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਦਿਸ ਇਜ਼ ਅ ਬਿਗ ਨਿਊਜ਼ ਉਸ ਹਿਸਾਬ ਦੇ ਨਾਲ। ਤੇ ਇਹ ਜਿਹੜਾ ਰੈਫਰੈਂਸ ਹੈਗਾ, ਇਹ ਕਾਂਗਰਸ ਤੋਂ ਆ ਰਿਹਾ। ਵਿਨੋਦ ਜੀ, ਮੈਂ ਤੁਹਾਡੇ ਕੋਲ ਹੀ ਆ ਰਿਹਾ, ਸਵਾਲ ਤੁਹਾਡੇ ਤੋਂ ਹੀ ਨਾਲ ਹੀ ਖੜਾ ਹੋ ਜਾਂਦਾ। ਹੁਣ ਤੁਸੀਂ ਕਿਹਨੂੰ ਭੇਜਤਾ ਨਾਰਾਜ਼ ਕਰਕੇ, ਜਿਹੜੇ ਮੋਦੀ ਸਾਹਿਬ ਦੇ ਜਾ ਕੇ ਦਰਸ਼ਨ ਕਰਕੇ ਆ ਗਏ ਨੇ? ਹਰ ਹਰ ਮੋਦੀ, ਘਰ ਘਰ ਮੋਦੀ, ਹੁਣ ਤੁਸੀਂ ਕਰਵਾਉਣ ਲੱਗੇ ਹੋ? ਆਪ ਹੀ ਕਰਵਾਉਣਾ ਹੈ ਕਿ ਦੀਵਾਨ ਜੀ ਕਰਨਗੇ? ਨਾਰਾ ਤਾਂ ਇਹਨਾਂ ਦਾ ਸੀਗਾ, ਇੰਜਨ ਤੁਸੀਂ ਆਪਣਾ ਪੱਟ ਕੇ ਤਾਂ ਨਹੀਂ ਲਗਵਾਉਣ ਲੱਗੇ ਉਧਰ ਕਿਤੇ? ਗੱਲ ਇਹ ਹੈ ਕਿ ਅੱਜ ਬੀਜੇਪੀ ਨੂੰ ਜੋ ਪਿਛਲੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ, ਉਹ ਸਾਰੇ ਹਵਾ ਹੋ ਗਏ। ਠੀਕ ਹੈ। ਔਰ ਝੂਠ ਬੋਲਣ ਵਿੱਚ ਬੀਜੇਪੀ ਥੱਲੇ ਤੋਂ ਲੈ ਕੇ ਪ੍ਰਧਾਨ ਮੰਤਰੀ ਜੀ ਤੱਕ ਸਾਰੇ PhD ਨੇ। ਅੱਛਾ, ਝੂਠ ਬੋਲਣ 'ਚ ਪ੍ਰਧਾਨ ਮੰਤਰੀ ਵੀ PhD ਹੈ? ਤੇ ਲੋਕਾਂ ਦਾ ਧਿਆਨ ਜਿਹੜਾ ਹੈ ਉਹ ਵੰਡਿਆ ਰਹੇ। ਓਕੇ, ਹੁਣ ਤਾਂ ਵੋਟਾਂ ਪੈ ਗਈਆਂ, ਹੁਣ ਵੰਡਾ ਕੇ ਕੀ ਕਰਨਾ? ਕਿਤੇ ਨੂੰ ਜਿਹੜੀਆਂ ਪੁਰਾਣੀਆਂ ਵੋਟਾਂ ਪੈ ਗਈਆਂ ਵਿਨੋਦ ਜੀ, ਹਲੇ ਪੈਣੀਆਂ ਨਹੀਂ ਹੈ, ਪੈ ਗਈਆਂ। ਹੁਣ ਕੀ ਕਰਨਗੇ? ਹੁਣ ਤਾਂ UP 'ਚ ਹੀ ਹੋਣਾ, ਜਿਹੜੇ 2 ਗੇੜ ਰਹਿ ਗਏ ਉੱਥੇ ਬਸ। ਮੈਂ ਕਿਹਾ ਸਾਰੇ 200 ਸੀਟ ਬੰਗਾਲ 'ਚ ਵੀ ਲੈ ਰਹੇ ਸੀ, ਉੱਥੇ ਕਿੱਥੇ ਪਹੁੰਚ ਗਏ? ਲੇਕਿਨ ਗੱਲ ਇਹ ਹੈ, ਮੈਂ ਜਿਹੜੀ ਉਹਨਾਂ ਦਾ ਭਾਈ ਸਾਹਿਬ ਦੀ ਗੱਲ ਦਾ ਜਵਾਬ ਦੇ ਰਿਹਾ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਝੂਠ ਬੋਲਣ ਵਿੱਚ ਸਾਰੇ ਮਾਹਿਰ ਨੇ। ਜੋ ਇਹਨਾਂ ਨੇ ਵਿਕਾਸ ਦੇ ਵਾਅਦੇ ਕੀਤੇ, ਜੋ ਇਹਨਾਂ ਨੇ ਲੋਕਾਂ ਨਾਲ ਡਿਵੈਲਪਮੈਂਟ ਦੇ ਵਾਅਦੇ ਕੀਤੇ, ਉਹਨੇ ਬਿਲਕੁਲ ਵੀ ਪੂਰਾ ਨਹੀਂ ਕੀਤਾ। 15 ਲੱਖ ਰੁਪਇਆ ਇਹਨਾਂ ਨੇ ਹਰੇਕ ਦੇ ਭੇਜਣਾ ਸੀ, ਉਹ ਸਭ ਤੋਂ ਵੱਡਾ। ਸਰ, ਮੈਂ 2014 ਵਾਲੇ ਤੇ ਉਹ ਜਿਹੜੇ 2019 ਵਾਲੇ ਤੇ ਪਰ ਚਰਚਾ ਨਹੀਂ ਕਰ ਰਿਹਾ, 22 ਵਾਲੇ ਤੇ ਕਰ ਰਿਹਾ। ਅਗਰ ਕਰੂੰਗਾ ਤਾਂ 2017 ਦੀ ਕਰੂੰਗਾ, ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ। ਅਗਰ ਮੈਂ ਕਰੂੰਗਾ ਤਾਂ, ਪਰ ਮੈਂ ਇੰਨਾ ਪਿੱਛੇ ਜਾਣਾ ਚਾਹੁੰਦਾ ਨਹੀਂ। ਇਸ ਕਰਕੇ ਤੁਸੀਂ 111 ਦਿਨ ਗਣਾਣਾ, ਅਸੀਂ 5 ਸਾਲ ਦੀ ਗੱਲ ਕਰਾਂਗੇ। ਫਿਰ ਪੁੱਛੋ 36000 ਲੋਕਾਂ ਨੂੰ ਭਰਤੀ ਕਰਨ ਦੇ ਪੋਸਟਰ ਲਾਏ ਸੀ, ਉਹ ਤੁਹਾਡੇ ਵਿਅਕਤੀ ਨੂੰ ਨੌਕਰੀ ਨਹੀਂ ਮਿਲੀ, ਫਾਈਲ ਰੋਕਤੀ। ਸੰਤੋਖ ਜੀ, ਮੈਂ ਆ ਰਿਹਾ। ਤੁਹਾਡੇ ਪ੍ਰਧਾਨ ਮੰਤਰੀ ਜੀ ਦੀਆਂ ਇੰਸਟਰਕਸ਼ਨਾਂ ਦੇ ਮੁਤਾਬਕ। ਠੀਕ ਹੈ, ਇਸ ਕਰਕੇ ਕੋਈ ਗੱਲ ਨਹੀਂ। ਇਹ ਬੜੀ ਵੱਡੀ ਜਿਹੜੀ ਖਬਰ ਦਿੱਤੀ ਹੈ ਦੀਵਾਨ ਸਾਹਿਬ ਨੇ, ਜਿਹੜੇ 42 MLA ਦਾ ਦਮ ਭਰਦੇ ਸੀਗੇ, ਮੋਦੀ ਜੀ ਨੂੰ ਮਿਲ ਕੇ ਆ ਗਏ ਨੇ। ਸੰਤੋਖ ਜੀ, ਇੱਕ ਸਵਾਲ ਇੱਕ ਹੋਰ ਵੀ ਖੜਾ ਹੁੰਦਾ। 1 ਮਿੰਟ ਰਾਜਾ ਜੀ, ਮੈਂ ਆ ਰਿਹਾ। ਆਪਾਂ ਲਾਸਟ ਪੁਆਇੰਟ ਲੈ ਕੇ ਮੈਂ ਸ਼ੁਰੂ ਕਰੂੰਗਾ, ਚੱਲਦਾ। ਇੱਕ ਕੰਕਲੂਡਿੰਗ ਪੁਆਇੰਟ ਲੈ ਲਾ ਮੈਂ। ਵਿਨੋਦ ਜੀ, 1 ਮਿੰਟ।
ਸੰਤੋਖ ਜੀ, ਜਦੋਂ ਆਮ ਆਦਮੀ ਪਾਰਟੀ ਦੀ ਗੱਲ ਹੁੰਦੀ ਹੈ ਤੁਸੀਂ ਆਪੇ ਮੰਨ ਚੁੱਕੇ ਹੋ ਕਿ ਯੋਰ ਪਾਰਟੀ ਇਜ਼ ਦਾ ਲਾਸਟ ਐਂਟਰੀ, ਲੇਟੈਸਟ ਰੀਸੈਂਟ ਐਂਟਰੀ, ਲੇਟ ਐਂਟਰੀ ਕਹਿ ਲਓ। ਬਿਲਕੁਲ 7 8 5 6 4 ਤੁਹਾਡੀ ਵੀ ਅਗਰ ਸੀਟਾਂ ਆਉਂਦੀਆਂ ਇਨ ਦੈਟ ਕੇਸ ਅਗਰ ਆਉਂਦੀਆਂ ਤੇ ਕੀ ਸਿਨੈਰੀਓ ਰਹਿ ਸਕਦਾ, ਕਿਸ ਦੇ ਨਾਲ ਗੱਠਜੋੜ ਹੋ ਸਕਦਾ, ਜਾਂ ਜਿਵੇਂ ਭੁੱਲਰ ਸਾਹਿਬ ਨੇ ਕਿਹਾ ਮੈਂ ਕਿ ਵਿਕਣ ਨੂੰ ਤਾਂ ਫਿਰ ਤਿਆਰ ਹੈ ਤਾਂ ਖਰੀਦਾਰ ਵੀ ਤਿਆਰ ਹੈ, ਇੱਧਰ ਤਾਂ ਨਹੀਂ ਦੇਖੋ, ਹੋਊਗਾ? ਇਹੀ ਤਾਂ ਤੁਹਾਡੇ ਵਾਲੇ ਕਿੱਦਾਂ ਦੇ, ਹਾਲੇ ਤੁਸੀਂ ਕਹਿ ਚੁੱਕੇ ਤੁਹਾਡੇ ਵਾਲੇ ਨਹੀਂ ਸ਼ਾਇਦ ਸ਼ਰਾਬਾਂ ਵੰਡੀਆਂ ਹੋਣ, ਸਾਡੀ- ਤੁਸੀਂ ਵੀ ਮੰਨ ਚੁੱਕੇ ਹੋ, ਤਾਂ ਫਿਰ ਉਹ ਵਿਕੋ ਵੀ ਸਕਦੇ ਆ। ਸਾਡੀ ਰਾਜਨੀਤੀ ਦੀ ਟ੍ਰੇਡੀ ਇਹ ਹੈ ਵੀ ਇਹਦੇ 'ਚ ਕੋਈ ਵੈਲਿਊ ਸਿਸਟਮ ਨਹੀਂ ਹੈ, ਨਹੀਂ ਹੈ ਇਹ ਫ੍ਰੀ ਫਾਰ ਆਲ ਹੈ। ਵੋਟਾਂ ਲੈਣ ਲਈ ਕੋਈ ਪਾਰਟੀਆਂ ਕੁਝ ਵੀ ਕਰ ਸਕਦੀਆਂ। Including ਸਭ ਤੋਂ ਵੱਡਾ ਨਹੀਂ, ਅਸੀਂ ਤਾਂ ਦੇਖੋ ਸਾਡਾ ਤਾਂ ਪ੍ਰੋਗਰਾਮ ਤੁਸੀਂ ਦੇਖ ਲਓ, ਅਸੀਂ ਤਾਂ ਇਹ ਚੱਕਰ 'ਚ ਹੈ ਹੀ ਨਹੀਂ, ਅਸੀਂ ਇਸ ਰੈਟ ਰੇਸ 'ਚ ਨਹੀਂ ਹੈਗੇ। ਫਿਰ ਮੈਂ ਪੁਆਇੰਟ ਹੁਣ ਅਸੀਂ ਹਾਂ, ਕਰ ਮੈਂ ਮੇਰੀ ਗੱਲ ਸੁਣ ਲਓ ਧਿਆਨ ਨਾਲ। ਪੁਆਇੰਟ ਨੋਟ ਕਰ ਅਸੀਂ ਹਾਂ ਤੁਹਾਡੀ ਵਾਲੀ ਗੱਲ ਫਿਰ ਮੈਂ ਰਿਪੀਟ ਕਰ 10 ਤਰੀਕ ਨੂੰ ਦਿਖਾਉਂਗਾ ਜੇ ਤੁਹਾਡੇ ਬੰਦੇ ਵਿਕ ਗਏ। ਬਿਲਕੁਲ ਬਿਲਕੁਲ ਜੀ, ਸਾਡਾ ਤਾਂ ਹੈਗਾ ਵੀ ਅਸੀਂ ਤਾਂ ਮੁੱਦਿਆਂ ਦੀ ਲੜਾਈ ਲੜੀ ਹੈ। ਪੰਜਾਬ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ, ਬੇਰੁਜ਼ਗਾਰੀ ਹੈ, ਮਹਿੰਗੀ ਪੜ੍ਹਾਈ ਹੈ, ਮਹਿੰਗਾ ਇਲਾਜ ਹੈ, ਲੋਕਾਂ ਦੀ ਇਨਕਮ ਲੈਵਲ ਘੱਟ ਹੈ, ਸੋ ਇਸ ਕਰਪਸ਼ਨ ਆ ਥਾਂ ਥਾਂ ਤੇ ਡਰੱਗ ਹੈ। ਸਾਡੇ ਅਸੀਂ ਤਾਂ ਮੁੱਦਿਆਂ ਦੀ, ਇਹਨਾਂ ਨੇ ਲੜਾਈ ਲੜੀ ਹੈ, ਮੈਂ ਆਹ ਦੇ ਦੂੰ, ਮੈਂ ਉਹ ਦੇ ਦੂੰ ਸਰਕਾਰੀ ਪੈਸੇ ਨਾਲ। ਸੋ ਇਹਨਾਂ ਨਾਲ ਸਾਨੂੰ ਮੁਕਾਬਲਾ ਨਾ ਕਰਾਇਆ ਕਰੋ, ਕਿਉਂਕਿ ਤੁਹਾਡੇ ਲਈ ਹੁਣ ਕਿੱਥੋਂ ਲਿਆਈਏ? ਮੈਂ ਹੁਣ ਪਾਕਿਸਤਾਨ ਅਸੀਂ ਸਾਰੇ ਇਸ ਧਰਤੀ ਦੇ ਪੁੱਤਰ ਹਾਂ, ਅਸੀਂ ਧਰਤੀ ਦੇ ਪੁੱਤਰ ਹਾਂ। ਕਿਹੜੀ ਪਾਰਟੀ ਹੈ? ਮੈਂ ਹੋਰ ਕਿਹੜੇ ਬੰਦੇ ਲੈ ਕੇ ਆਉਂਗਾ ਤੁਹਾਡੇ ਲਈ? ਤਾਂ ਫਿਰ ਇੰਡੀਆ 'ਚ ਰਹਿ ਕੇ, ਪੰਜਾਬ 'ਚ ਰਹਿ ਕੇ, ਪੰਜਾਬ ਦੇ ਪੋਲੀਟੀਕਲ ਸਿਨੈਰੀਓ 'ਚ ਪੰਜਾਬ ਦੇ ਪੋਲੀਟੀਕਲ ਬੰਦਿਆਂ ਨਾਲ ਹੀ ਗੱਲ ਕਰਾਉਂਗਾ ਨਾ। ਨਹੀਂ ਉਹ ਚਲੋ ਠੀਕ ਹੈ, ਹੁਣ ਇਹਨਾਂ ਦਾ ਲੁੱਟਣ ਦਾ ਸਮਾਂ ਮੈਨੂੰ ਲੱਗਦਾ ਵੀ ਖਤਮ ਹੋ ਗਿਆ। ਲੋਕ ਜਾਣ ਚੁੱਕੇ ਆ ਵੀ ਆਹ ਦਿੱਲੀੋਂ ਆ ਕੇ ਲੁੱਟਣ ਨੂੰ ਫਿਰਦਾ, ਇਹ ਇੱਥੋਂ ਆ ਕੇ ਲੁੱਟਣ ਨੂੰ ਫਿਰਦਾ, ਕੋਈ ਵਿੱਚੋਂ ਲੁੱਟਣ ਨੂੰ ਫਿਰਦੇ ਆ। ਇਹ ਗੱਲ ਜਿਹੜੀ ਆ ਲੋਕ ਚੰਗੀ ਤਰ੍ਹਾਂ ਸਮਝ ਲੈਣਗੇ। ਠੀਕ ਆ, ਕਈ ਵਾਰ ਅਸੀਂ ਲੇਟ ਹੋ ਗਏ, ਅਸੀਂ ਨਹੀਂ ਪ੍ਰਚਾਰ ਕਰ ਸਕੇ, ਸਾਡੇ ਕੋਲ ਸਾਧਨਾਂ ਦੀ ਕਮੀ ਸੀਗੀ, ਅਸੀਂ ਲੋਕਾਂ ਤੱਕ, ਕਿਸਾਨਾਂ ਤੱਕ ਵੀ ਗੱਲ ਨਹੀਂ ਪਹੁੰਚ ਸਕੇ, ਸਾਡੀਆਂ ਕਿਸਾਨ ਜਥੇਬੰਦੀਆਂ ਵੀ ਸਾਡਾ ਸਾਥ ਨਹੀਂ ਦਿੱਤਾ। ਪਰ ਇਹਦਾ ਸਾਡਾ ਜਿਹੜਾ ਰੀਜਨ ਸੀਗਾ ਇਲੈਕਸ਼ਨ ਲੜਨ ਦਾ, ਉਹ ਫੇਲ ਨਹੀਂ ਹੋਇਆ। ਉਹ ਸਾਡਾ ਸਵਾਲ ਖੜਾ ਅਜੇ। ਠੀਕ ਹੈ, ਮੇਰੇ ਕੋਲ ਕੁਝ ਸਮਾਂ ਹੁਣ ਬਚਿਆ, ਮੈਂ ਲਾਸਟ ਪੁਆਇੰਟ ਦੇ ਉੱਪਰ ਸਾਰੇ ਦੇ ਪੁਆਇੰਟ ਲਊਂਗਾ। ਪੁੱਲਰ ਸਾਹਿਬ ਮੈਂ ਇੱਕ ਮਿੰਟ ਸ਼ੁਰੂ ਕਰਕੇ ਆ ਰਿਹਾ। ਪ੍ਰੋਫੈਸਰ ਸਾਹਿਬ, ਜਿਹੜੀ ਆਪਾਂ ਗੱਲ ਕੀਤੀ ਹੰਗ ਅਸੈਂਬਲੀ ਦੀ, ਕਿਉਂਕਿ ਪੰਜਾਬ ਦੇ ਲੋਕਾਂ ਦੇ ਮੋਹਰੇ ਨੇ ਇੱਕ ਪਿਕਚਰ ਜਿਹੜੀ ਇਹਨਾਂ ਦੀ ਨਹੀਂ ਦਿਖਾਈ ਦੇ ਰਹੀ ਹੈ, ਲੋਕਾਂ ਨੂੰ ਵੀ ਹੁਣ ਲੱਗਣ ਲੱਗ ਗਿਆ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਬਾਕੀ ਲੋਕਾਂ 'ਚ ਚਰਚਾਵਾਂ ਸਾਥਾਂ 'ਚ ਚੱਲਦੀਆਂ, ਉਹ ਸੋਚਦੇ ਕਿ ਸ਼ਾਇਦ ਹੰਗ ਆ ਜਾਏ, ਮਤਲਬ ਕਿ ਤ੍ਰਿਸ਼ੰਕੂ ਜੀ ਆ ਜਾਏ, ਮਤਲਬ ਕਿਸੇ ਕੋਲ ਜਿਹੜੀ ਹੈ ਕਲੀਅਰ ਕੱਟ ਮੈਜੋਰਟੀ ਨਹੀਂ ਹੁੰਦੀ। ਤੁਸੀਂ ਵੀ ਗੱਲ ਕੀਤੀ ਕਿ ਸ਼ਾਇਦ ਹੋ ਸਕਦਾ ਹੈ। ਅਗਰ ਅਜਿਹਾ ਹੁੰਦਾ ਹੈ ਤੇ ਡੂ ਯੂ ਥਿੰਕ ਪੋਸੀਬਿਲਿਟੀ ਹੈਗੀ ਕੋਈ ਮਹਾਗਠਜੋੜ ਟਾਈਪ ਬਣਨ ਦੀ? ਮੈਂ ਕਿ 8-2 ਅਗਰ ਬੈਂਸ ਬ੍ਰਦਰ ਹਾਲੇ ਵੀ ਉਹਨਾਂ ਦਾ ਕਿਸੇ ਨਾਲ ਨਹੀਂ ਹੈ, 2 ਉਹ ਜੁੜ ਜਾਣ, ਅਗਰ ਇਹ 5-7 ਲੈ ਜਾਂਦੇ ਆ ਆਪਣੇ ਸੰਤੋਖ ਜੀ, ਤਾਂ ਇਸ ਕੇਸ ਦੇ ਵਿੱਚ ਕੋਈ ਮਹਾਗਠਜੋੜ ਦੀ ਸੰਭਾਵਨਾ ਪੰਜਾਬ 'ਚ ਹੈ? ਇਸ ਗੱਲ ਦਾ ਫੈਸਲਾ, ਕਿਉਂਕਿ ਦੇਖੋ ਕੇਂਦਰ ਦੇ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਬੈਠੀ ਹੈ, ਉਹਨਾਂ ਦਾ ਇੱਥੇ ਗਵਰਨਰ ਬੈਠਾ, ਉਹ ਫੈਸਲਾ ਕਿੱਧਰ ਨੂੰ ਚਾਹੁੰਦੇ ਆ? ਕਿ ਇਹ ਗੱਠਜੋੜ ਦਾ ਟਾਈਮ ਦੇਣਗੇ, ਉਹਦੇ 'ਚ ਉਹਨਾਂ ਨੂੰ ਫਾਇਦਾ, ਜਾਂ 1 ਦਿਨ ਦੇ ਕੇ 2 ਦਿਨ ਦੇ ਕੇ ਬਾਅਦ 'ਚ ਕਹਿਣਗੇ ਵੀ ਇਹਨਾਂ ਕੋਲ ਕਿਸੇ ਕੋਲ ਮੈਜੋਰਟੀ ਨਹੀਂ ਹੈ, ਚੱਕ ਦਿਓ ਤੇ ਲਾ ਦਿਓ, ਰਾਸ਼ਟਰਪਤੀ ਰਾਜ ਲਾਗੂ ਕਰ। ਓਕੇ, ਇਹ ਉਹ ਫੈਸਲਾ ਕਰਨਗੇ, ਇਹ ਪਾਰਟੀਆਂ ਨਹੀਂ ਕਰਨਗੀਆਂ ਜਿਹੜੀਆਂ ਆਪਸ ਵਿੱਚ ਸੱਤਾ ਲਈ ਇੱਕ ਦੂਜੇ ਦੇ ਮੁਕਾਬਲੇ ਦੇ ਵਿੱਚ ਖੜੀਆਂ ਹੋਣਗੀਆਂ। ਪਰ ਜੇ ਸੈਂਟਰ ਇਹ ਸੋਚਦਾ ਆ ਕਿ ਨਹੀਂ ਕੁਛ ਦੇਰ ਇਹਨਾਂ ਨੂੰ ਦੇ ਦੇਣੀ ਚਾਹੀਦੀ, ਹਫ਼ਤਾ ਤੱਕ, ਜੇ ਇਹੋ ਜਿਹਾ ਕੋਈ ਜ਼ਿਆਦਾ ਹੀ ਪੇਚਾ ਪੈ ਜਾਂਦਾ, ਉਹਦੇ 'ਚ ਫਿਰ ਮੰਡੀ ਪੂਰੀ ਪੱਖੀ ਹੋਊਗੀ। ਜਿਵੇਂ ਕਰਨਾਟਕਾ 'ਚ ਬੱਸਾਂ ਭਰ ਕੇ ਹੋਟਲਾਂ 'ਚ ਬੰਦ ਕੀਤੇ ਗਏ ਸੀਗੇ, ਹੋ ਸਕਦਾ ਸਾਨੂੰ ਵੀ ਇੱਥੇ ਕਰਨਾਟਕਾ ਵਾਲਾ ਸੀਨ ਦੇਖਣ ਨੂੰ ਮਿਲੇ ਕਿ ਕਿਹੜੇ ਬੰਦੇ ਕਿਹੜੇ ਹੋਟਲ ਹਯਾਤ 'ਚ ਬੰਦ ਕੀਤੇ ਆ, ਜਾਂ ਕੋਈ ਹੋਰ ਕਿਸੇ ਵੱਡੇ ਹੋਟਲ 'ਚ ਬੰਦ ਹੋਏ ਆ, ਕਿੰਨੇ ਦਿਨ ਲਈ ਕਰਨੇ ਪੈਂਦੇ ਆ, ਨਾਲ ਪਤਾ ਨਹੀਂ ਕੀ ਗੱਲ। ਆਪਣੇ ਤਾਂ ਹਿਮਾਚਲੀ ਭੇਜ ਦਿੰਦੇ ਹੁੰਦੇ। ਹਾਂ, ਇਹੋ ਜਿਹਾ ਤੁਹਾਨੂੰ ਸਿਨੈਰੀਓ ਦੇਖਣ ਨੂੰ ਮਿਲ ਸਕਦਾ, ਕਿਉਂਕਿ ਆਪ ਜ਼ਿਆਦਾ ਕਰਨਗੇ, ਉਹ ਮੇਰਾ ਖਿਆਲ ਬੰਦ ਕਰਨਾ ਪਊਗਾ, ਕਿਉਂਕਿ ਉੱਥੇ ਜ਼ਿਆਦਾ ਡੱਡੂਆਂ ਵਾਂਗੂ ਉਛਲ ਕੂਦ ਦਾ ਥੋੜ੍ਹਾ ਜਿਹਾ ਅੰਦਾਜ਼ਾ ਸਾਰਿਆਂ ਨੂੰ ਹੈਗਾ। ਇਹ ਵੀ ਹੋ ਸਕਦਾ ਕਿ ਇੱਕ ਵਾਰੀ ਕੁਛ ਲਾਤਾ ਜਾਵੇ ਇਹੋ ਜਿਹਾ ਰਾਜ, ਤੇ ਬਾਅਦ ਵਿੱਚ ਉਹਨਾਂ ਨੂੰ ਕੋਈ ਟਾਈਮ ਦੇ ਦਿੱਤਾ ਜਾਵੇ ਵੀ ਕੁਛ ਦੇਰ ਬਾਅਦ ਉਹ ਕਹਿਣ ਕਿ ਦੇਖੋ ਜੀ ਸਾਡੇ ਕੋਲ ਤੇ ਆਹ ਹੋ ਗਿਆ, ਉਹ ਫਿਰ ਉਸ ਤਰੀਕੇ ਦੀ ਗੌਰਮੈਂਟ ਬਣ ਜਾਏ। ਇਸ ਤਰੀਕੇ ਦਾ ਵੀ ਇਹ ਲੀਗਲ ਪੋਸੀਬਿਲਿਟੀ ਦੇਖਣ ਦੀ ਗੱਲ ਹੈ, ਪਰ ਕਈ ਵਾਰੀ ਇਹ ਪੋਸੀਬਿਲਿਟੀ ਵੀ ਦੇਖੀ ਜਾ ਸਕਦੀ ਹੈ। ਪਰ ਇੱਕ ਗੱਲ ਜਿਹੜੀ ਜ਼ਿਆਦਾ ਸਾਫ਼ ਲੱਗ ਰਹੀ ਹੈ, ਜਿਹੜੀ ਕਿ ਹਾਲਾਂਕਿ ਕ੍ਰਿਸ਼ਮਾ ਤੇ ਕੋਈ ਵੀ ਕਿਤੇ ਵੀ ਹੋ ਸਕਦਾ, ਲੋਕ ਤੇ EVM ਤੇ ਵੀ ਸ਼ੱਕ ਕਰਦੇ ਆ, ਤੇ ਕਿਹੜੀ ਗੱਲ ਤੇ ਸ਼ੱਕ ਸਾਡੇ ਦੇਸ਼ 'ਚ ਨਹੀਂ ਹੁੰਦਾ। ਲਾਸਟ ਦੇਣ ਵਾਲੇ ਪੈਸਿਆਂ ਤੇ ਉਹਨਾਂ ਤੇ ਵੀ ਕੋਈ ਕਹਿੰਦੇ ਆ। ਅੱਜ ਇੱਕ ਪੇਪਰ ਦੇ ਵਿੱਚ ਇਹ ਆਇਆ ਕਿ ਕਈ ਪਾਰਟੀਆਂ ਤੇ ਕਹਿੰਦੀਆਂ ਸਾਡੇ ਪੈਸੇ ਵਾਪਸ ਕਰੋ, ਤੁਸੀਂ ਸਾਨੂੰ ਵੋਟ ਤੇ ਪਾਈ ਨਹੀਂ। ਇਹ ਵੀ ਕੰਮ ਚੱਲ ਪਿਆ। ਹਾਂ, ਵਾਪਸ ਉਹ ਕਹਿੰਦੇ ਕਿ ਤੁਹਾਡਾ ਜਿਹਨੂੰ ਤੁਸੀਂ ਪੈਸੇ ਸਾਨੂੰ ਦਿੱਤੇ ਸੀਗੇ, ਸਾਡੇ ਲਈ ਦਿੱਤੇ ਸੀਗੇ, ਉਹ ਤੇ ਰਾਹ ਵਾਲਾ ਮਿਡਲਮੈਨ ਹੀ ਖਾ ਗਿਆ, ਸਾਡੇ ਕੋਲ ਤੇ ਪਹੁੰਚਿਆ ਹੀ ਨਹੀਂ, ਅਸੀਂ ਕਾਹਦੇ ਦੇਣੇ? ਉਹ ਇੰਡੀਅਨ ਸਕੀਮਾਂ ਦੇ ਪੈਸੇ ਵੀ ਨਹੀਂ ਪਹੁੰਚਦੇ।
ਨਹੀਂ ਪਹੁੰਚੇ ਖਾਸਾ ਦੋ ਰੌਲਾ ਨੰਬਰੀ ਪੈਸਾ ਵੀ ਨਹੀਂ ਪਹੁੰਚਿਆ ਖਾਸਾ ਰੌਲਾ ਪਿਆ ਆ। ਹੁਣ ਇਹ ਵੀ ਲੋਕ ਇੰਨੇ ਕੁ ਸ਼ੈਤਾਨ ਹੋ ਗਿਆ ਵੀ ਵੋਟ ਤੇ ਆਪਣੀ ਮਰਜ਼ੀ ਨਾਲ ਪਾ ਦਿਓ ਤੇ ਪੈਸੇ ਦੋਵਾਂ ਧਿਰਾਂ ਤੋਂ ਤਿੰਨਾਂ ਤੋਂ ਹੀ ਲੈ ਲਓ ਭਾਵੇਂ ਤੇ ਵੋਟ ਆਪਣੀ ਮਰਜ਼ੀ ਨਾਲ ਪਾ ਦਿਓ। ਆ ਵੀ ਕੰਮ ਚੱਲ ਰਿਹਾ। ਇਹ ਹੁਣ ਇਹੋ ਜਿਹੇ ਜਿਹਦੇ ਹਾਲਾਤਾਂ 'ਚ ਸਾਰੀ ਪੋਲਿਟਿਕਸ ਗੰਦਲ ਚੌਦਿਆਂ ਦੇ ਵਿੱਚ ਹੋਊਗੀ ਜਾਂ ਚਿੱਕੜ 'ਚ ਫਸੀ ਹੋਊਗੀ, ਉਹਦੇ 'ਚ ਸਰਕਾਰਾਂ ਲੱਭਣੀਆਂ। ਇਹੀ ਮੈਂ ਜਿਹੜੀ ਸ਼ੁਰੂ 'ਚ ਗੱਲ ਕਹੀ ਸੀ, ਸਰਕਾਰ ਬਣਨ ਦੇ ਨਾਲ ਵੀ ਪੰਜਾਬ ਦਾ ਸੰਕਟ, ਰਾਜਨੀਤਿਕ ਸੰਕਟ ਦੂਰ ਨਹੀਂ ਹੋਏਗਾ। ਭੁੱਲਰ ਸਾਹਿਬ ਦੇਖੋ, ਇਸ ਤਰ੍ਹਾਂ ਹੈਗਾ ਕਿ ਜੇ ਓਵਰਆਲ ਤੁਸੀਂ ਰਿਵਿਊ ਕਰਕੇ ਦੇਖੋਗੇ ਤੇ ਕਾਂਗਰਸ ਦੇ 3 ਧੜਿਆਂ 'ਚ ਵੰਡੀ ਹੋਈ ਸੀ ਔਰ ਇਹਨਾਂ ਦਾ ਆਪਣਾ ਪ੍ਰਧਾਨ ਜਿਹੜਾ ਆਪਣੀ ਕੰਸਟੀਟਿਊਸ਼ਨ ਤੋਂ ਬਾਹਰ ਕਿਤੇ ਵੀ ਕੰਪੇਨ ਵਾਸਤੇ ਜਾ ਨਹੀਂ ਸਕਿਆ। ਇਹੀ ਹਾਲ ਇਹਨਾਂ ਦੇ ਮੁੱਖ ਮੰਤਰੀ ਦਾ ਸੀਗਾ, ਉਹਨੂੰ ਆਪਣੀ ਸੀਟ ਛੱਡ ਕੇ ਦੂਜੀ ਸੀਟ ਤੇ ਜਾਣਾ ਪਿਆ ਔਰ ਉੱਥੇ ਵੀ ਉਹਦੀ ਜਿਹੜੀ ਹੈ ਜਿੱਤ ਦਾ ਕੋਈ ਪੱਕੀ ਗਾਰੰਟੀ ਨਹੀਂ ਹੈਗੀ। ਜੇ ਆਪਾਂ ਆਮ ਆਦਮੀ ਪਾਰਟੀ ਨੂੰ ਲਾ ਲੈਂਦੇ ਆ ਤੇ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਕਚਰਾ ਬਾਕੀ ਜਗ੍ਹਾ ਕਹਿੰਦੇ ਸੀ ਕਚਰਾ ਹੈਗਾ, ਉਹਨੂੰ ਇਕੱਠਾ ਕਰਕੇ ਇਹਨਾਂ ਨੇ ਇਲੈਕਸ਼ਨ ਲੜਾਈ ਹੈ ਔਰ ਮੈਕਸਿਮਮ ਜਿਹੜੇ ਐਲੀਗੇਸ਼ਨ ਲੱਗੇ ਨੇ ਖਰੀਦੀਆਂ ਹੋਈਆਂ ਟਿਕਟਾਂ ਨਾਲ ਇਲੈਕਸ਼ਨ ਲੜੀ ਹੈ। 80 ਦੇ ਕਰੀਬ ਐਸੇ ਲੋਕ ਨੇ ਜਿਹੜੇ ਬਾਹਰੋਂ ਇੰਪੋਰਟ ਕੀਤੇ ਗਏ ਨੇ, ਆਪਣੇ ਵਰਕਰਾਂ ਨੇ ਟਿਕਟਾਂ ਨਹੀਂ ਦਿੱਤੀਆਂ ਔਰ ਉਹਨਾਂ ਦੇ ਵਿੱਚੋਂ ਅੱਜ ਦੀ ਤਰੀਕ 'ਚ ਵਿਖੰਡੂ ਸਭ ਬੰਦੇ ਤਿਆਰ ਬੈਠੇ ਨੇ ਔਰ ਅਜੇ ਰਿਜ਼ਲਟ ਆਉਣਾ ਹੈ। ਉਸ ਤੋਂ ਪਹਿਲਾਂ ਹੀ ਲੋਕਾਂ ਨੇ ਅਪਰੋਚਾਂ ਕਰਨੀਆਂ ਵੀ ਸ਼ੁਰੂ ਕਰਤੀਆਂ ਵੀ ਜੇ ਸਾਡੀ ਸਰਕਾਰ ਤੁਸੀਂ ਕਿੰਨੇ ਨਾਲ ਕੰਟੈਕਟ ਕੀਤਾ ਭੁੱਲਰ ਸਾਹਿਬ? ਕਿੰਨੇ ਕੁ ਨਾਲ ਹੋ ਗਿਆ? ਮੈਂ ਦੱਸਦਾ ਹੈ ਵੀ ਅੱਜ ਸ਼ੁਰੂ ਹੋ ਚੁੱਕੀ ਹੈ, ਚਾਹੇ ਬਾਕੀ ਕੋਈ ਬੋਲੇ ਨਾ ਬੋਲੇ। ਦੂਜੀ ਗੱਲ ਜਿਹੜੀ ਸਰਕਾਰ ਹੈ ਉਹ ਆਏਗੀ ਫੁੱਲ ਫਲੈਸ਼, ਆਏਗੀ ਸ਼੍ਰੋਮਣੀ ਅਕਾਲੀ ਦਲ ਦੀ। ਅਗਰ ਫੁੱਲ ਫਲੈਸ਼ ਤੁਹਾਡੇ ਕੌਨਫੀਡੈਂਸ ਦੀ ਵੀ ਦਾਤ ਦੇਣੀ ਹੈ ਅੱਜ ਤੁਸੀਂ ਮੈਂ ਨਹੀਂ ਕੌਨਫੀਡੈਂਸ ਦੱਸ ਦਿੰਦੇ ਕਿ ਦੱਸਦੇ ਅਗਰ ਫੁੱਲ ਫਲੈਸ਼ ਕਿਸੇ ਦੀ ਸਰਕਾਰ ਨਹੀਂ ਆਉਂਦੀ ਤੇ ਜਿਹੜੇ ਦੀਵਾਨ ਜੀ ਬੈਠੇ ਨੇ, ਜਿਹੜੀਆਂ ਇਹਨਾਂ ਨੂੰ 5-7-10 ਸੀਟਾਂ ਆਉਣੀਆਂ ਨੇ, ਜਿੰਨੀਆਂ ਵੀ ਆਈਆਂ, ਤੇ ਫਿਰ ਸਰਕਾਰ ਇਹਨਾਂ ਨੇ ਬਣਾਉਣੀ ਹੈ ਕਿ ਹੋਰ ਨੇ ਨਹੀਂ ਬਣਾਉਣੀ। ਭਾਵੇਂ ਉਹ ਕਾਂਗਰਸ ਨਾਲ ਰਲ ਕੇ ਬਣਾਉਣ, ਭਾਵੇਂ ਆਮ ਆਦਮੀ ਪਾਰਟੀ ਨਾਲ ਬਣਾਉਣ ਤੇ ਜਾਂ ਕਿਸੇ ਹੋਰ ਧਿਰ ਨਾਲ ਬਣ ਕੇ ਬਣਾਉਣ। ਕੀ ਬਾਤ ਹੈ, ਇਹ ਵੱਡੀ ਗੱਲ ਤੁਸੀਂ ਕਹਿਤੀ ਹੈਗੀ ਹੈ। ਦੀਵਾਨ ਸਾਹਿਬ ਹੁਣ ਤੁਹਾਡੇ ਕੋਲ ਲਊਂਗਾ ਮੈਂ, ਵੈਸੇ ਜਾਣਾ ਸੀ ਰਾਜਨ ਜੀ ਕੋਲੋਂ, ਭਾਵੇਂ ਮੈਂ ਆ ਰਿਹਾ, ਵਿਨੋਦ ਜੀ ਆ ਰਿਹਾ, ਇੱਕ ਆਪਣੇ ਕੋਲ ਹੈਗਾ ਮਿੰਟ ਸਾਰਾ ਲਈ। ਦੀਵਾਨ ਜੀ ਭਾਵੇਂ 8-10 ਸੀਟਾਂ ਤੁਹਾਨੂੰ ਦੱਸਤੀਆਂ ਭੁੱਲਰ ਸਾਹਿਬ ਨੇ, ਕਹਿਤਾ ਕਿ ਭਾਵੇਂ 8-10 ਸੀਟਾਂ ਹੀ ਆ ਜਾਣ, ਸਰਕਾਰ ਫਿਰ ਇਹੀ ਬਣਾ ਜਾਣਗੇ। ਗੌਰਵ ਜੀ, ਪੰਜਾਬ ਦੇ ਵਿੱਚ ਪਹਿਲੀ ਵਾਰੀ ਇਤਿਹਾਸਿਕ ਕੰਮ ਹੋਇਆ ਕਿ 117 ਸੀਟਾਂ ਦੇ ਹਰ ਬੂਥ ਤੇ ਭਾਰਤੀ ਜਨਤਾ ਪਾਰਟੀ ਤੇ ਐਨਡੀਏ ਦੇ ਬੂਥ ਲੱਗੇ ਆ। ਪਹਿਲੀ ਵਾਰੀ ਇਤਿਹਾਸਿਕ ਕੰਮ ਹੋਇਆ ਔਰ ਅਕਾਲੀ ਦਲ ਦੇ ਸ਼ਹਿਰਾਂ 'ਚ 80% ਬੂਥਾਂ ਦੇ ਕਾਰਜਕਰਤਾ ਨਹੀਂ ਹੈਗੇ ਸੀ। ਆਮ ਆਦਮੀ ਪਾਰਟੀ ਥੋੜੀ ਦੇਰ ਪਹਿਲੇ ਤੁਸੀਂ ਆਪ ਦੇ ਕਹਿ ਰਹੇ ਸੀਗੇ ਦੀਵਾਨ ਜੀ ਹੁਣੇ ਥੋੜੀ ਦੇਰ ਪਹਿਲੇ ਤੁਸੀਂ ਆਪ ਦੇ ਕਹਿ ਰਹੇ ਸੀ ਬੂਥ ਨਹੀਂ ਲੱਗੇ, ਹੁਣ ਕਹਿ ਰਹੇ ਅਕਾਲੀ ਦਲ ਨਹੀਂ ਲੱਗੇ। ਵਿਸਾਖੀਆਂ ਤੇ ਚੱਲਣ ਵਾਲੇ ਲੋਕ, ਵਿਸਾਖੀਆਂ ਤੇ ਚੱਲਣ ਵਾਲੇ ਲੋਕ। ਭੁੱਲਰ ਸਾਹਿਬ 10 ਤਰੀਕ ਦਾ ਥੋੜਾ ਜਿਹਾ ਬਚਾ ਕੇ ਰੱਖੋ, ਫਿਰ ਤੁਸੀਂ ਇਕੱਠੇ ਦਿਖਾਈ ਦੇ ਰਹੇ ਹੋ, ਲੱਗ ਇੱਦੇ ਰਿਹਾ। ਵਿਸਾਖੀਆਂ ਇਕੱਠੀਆਂ ਹੋ ਜਾਣੀਆਂ ਉਸ ਦਿਨ, ਤੁਸੀਂ ਕਹੋਗੇ ਕਿ ਅਸੀਂ ਸਪ੍ਰਿੰਟ ਲੈਣੀ ਆ। ਇਹ ਦੋਵੇਂ ਇਕੱਠੇ ਪਾਰਟੀਆਂ ਨੂੰ ਇਹਨਾਂ ਦੇ 80% ਬੂਥ ਨਹੀਂ ਲੱਗੇ ਸ਼ਹਿਰਾਂ ਦੇ ਵਿੱਚ। ਸਾਰੇ ਬੀਜੇਪੀ ਦਾ ਤੁਹਾਡੇ ਆਪਣੇ ਤਾਂ ਲੱਗੇ ਸੀਗੇ ਨਾ, ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਬੀਜੇਪੀ। ਇਹ ਬਹੁਤ ਵੱਡੀ ਗੱਲ ਹੈ। ਅਸੀਂ ਤਾਂ ਬੂਥਾਂ ਦਾ ਧਿਆਨ ਕੀਤਾ ਹੀ ਨਹੀਂ, ਤੁਸੀਂ ਪਹਿਲੇ ਕਹਿੰਦੇ ਤਾਂ ਫਿਰ ਅਸੀਂ ਰੱਖ ਵੀ ਲੈਂਦੇ। ਰਾਜਨ ਜੀ ਸਰ ਜੀ ਇਹਨਾਂ ਨੂੰ ਸਰ ਜੀ ਬੀਜੇਪੀ ਦੇ ਇਹ ਚੰਗੀ ਗੱਲ ਹੈ। ਰਾਜਨ ਜੀ ਕੁਇਕਲੀ, ਫਿਰ ਮੈਂ ਵਿਨੋਦ ਜੀ ਕੋ ਵੀ ਜਾਣਾ। ਸਰ ਬੀਜੇਪੀ ਨੇ ਦੇਸ਼ ਨੂੰ ਕਾਰਪੋਰੇਟ ਸੈਕਟਰਾਂ ਕੋਲ ਵੇਚਤਾ। ਹੁਣ ਜਿਹੜਾ ਇਹਨਾਂ ਨੇ ਪੈਸਾ ਇਕੱਠਾ ਕੀਤਾ ਹੈ, ਹੁਣ ਜਾ ਕੇ ਐਮਐਲਏ ਖਰੀਦਦੇ ਨੇ। ਦੀਵਾਨ ਜੀ ਇੱਕ ਮਿੰਟ, ਆਪਾਂ ਪੁਆਇੰਟ ਲੈ ਲਈਏ। ਦੀਵਾਨ ਜੀ ਪੁਆਇੰਟ ਲੈ ਲਈਏ। ਇੱਕ ਮਿੰਟ ਭੁੱਲਰ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਹੈ, ਹੁਣ ਅਕਾਲੀ ਦਲ ਦੇ ਪ੍ਰਵਕਤਾ ਹੈ, ਬੀਜੇਪੀ ਇਹ ਛੱਡ ਚੁੱਕੇ ਹੋਏ ਆ। ਉੱਪਰ 9 ਮਾਸ ਦਾ ਰਿਸ਼ਤਾ ਤਾਂ ਰਹਿੰਦਾ ਹੀ ਹੈ ਨਾ, ਭਾਵੇਂ ਤੁਸੀਂ ਜਿੰਨਾ ਮਰਜ਼ੀ ਵੱਖਰਾ ਕਰ ਲਓ, ਥੋੜਾ ਬਹੁਤਾ ਰਹਿ ਹੀ ਜਾਂਦਾ। ਬੀਜੇਪੀ ਆਪਣਾ ਸਮਾਂ ਖਤਮ ਹੋ ਜਾਣਾ, ਮੈਂ ਸੰਜੋਗ ਜੀ ਕੋਲ ਜਾਣਾ, ਵਿਨੋਦ ਜੀ ਕੋਲ ਜਾਣਾ। ਬੀਜੇਪੀ ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਹੈ। ਇਹਨਾਂ ਨੇ ਦੇਸ਼ ਨੂੰ ਕਾਰਪੋਰੇਟ ਸੈਕਟਰਾਂ। ਦੀਵਾਨ ਜੀ ਕਹਿ ਰਹੇ ਆ ਪ੍ਰਧਾਨ ਮੰਤਰੀ ਆਏ ਕਰੰਟ ਛੱਡ ਗਏ ਆ, ਉਹ ਸਰ ਤੁਸੀਂ ਕਹਿ ਰਹੇ ਹੋ ਖਤਮ ਹੋ ਗਈ ਆ। ਜਿਹੜੀ ਹੈਗੀ ਆ ਪਰ ਇਹਨਾਂ ਨੇ ਤੁਹਾਡੇ ਸਾਹਮਣੇ ਕਾਰਪੋਰੇਟ ਸੈਕਟਰ ਉਸ ਪੈਸੇ ਨਾਲ ਵਿਨੋਦ ਜੀ ਵਿਨੋਦ ਭਾਰਤੀ ਜੀ ਦਿੱਲੀ 'ਚ ਤੁਹਾਡੇ ਸਾਹਮਣੇ 14 ਸੀਟਾਂ ਆਮ ਆਦਮੀ ਪਾਰਟੀ ਦਿੱਲੀ ਦੇ ਵਿਨੋਦ ਜੀ ਅਗਰ ਤੁਹਾਡੀ ਸੀਟਾਂ ਘੱਟ ਆਉਂਦੀਆਂ ਤੇ ਫਿਰ ਕਿਸ ਦੀ ਵਿਸਾਖੀ ਨਾਲ ਲਓਗੇ? ਗੌਰਵ ਜੀ ਮੇਰਾ ਪੁਆਇੰਟ ਪਹਿਲਾਂ ਅਕਾਲੀ ਦਲ ਵਾਲੇ ਪਹਿਲੇ ਆਪਣੇ ਪਰਿਵਾਰ ਦੀਆਂ 5 ਸੀਟਾਂ ਬਚਾ ਲੈਣ। ਠੀਕ ਹੈ। ਉਹ ਦੀਵਾਨ ਜੀ ਬੀਜੇਪੀ ਆ ਚੰਡੀਗੜ੍ਹ ਤੋਂ ਸਮਾਂ ਖਤਮ ਹੋ ਗਿਆ। ਸਵਾਲ ਇਹ ਹੈ ਕਿ ਮਹਾਗਠਜੋੜ ਬਣੂਗਾ ਤਾਂ ਕਿੱਦਾਂ ਬਣੂਗਾ, ਕੇਂਦਰ ਦੀ ਮਰਜ਼ੀ ਨਾਲ ਬਣੂਗਾ? ਇਹ ਬੜਾ ਵੱਡਾ ਸਵਾਲ ਹੈ। ਜੇ ਉਮੀਦਵਾਰ ਜਿੱਤਦੇ ਨੇ ਤੇ ਫਿਰ ਜਿਹੜੇ ਪੰਜਾਬ ਦੇ ਲੋਕ ਚੱਲਣ ਨਹੀਂ। ਰਾਜਨ ਜੀ ਕਿਰਪਾ ਕਰਕੇ ਸਵਾਲ ਇਹ ਹੈ ਬੀਜੇਪੀ ਨੂੰ ਔਰ ਅਕਾਲੀ ਦਲ ਨੂੰ ਇਕੱਠਿਆਂ ਨੂੰ ਆਈ ਹੈ
ਇਹ ਤਾਂ ਅਕਾਲੀ ਦਲ ਔਰ ਬੀਜੇਪੀ ਫ੍ਰੈਂਡਲੀ ਮੈਚ ਖੇਡ ਰਹੇ ਆ, ਲੋਕਾਂ ਨੂੰ ਐਵੇਂ ਇੱਕ ਭਰਮ ਭੁਲੇਖੇ 'ਚ ਪਾਇਆ। ਬੀਜੇਪੀ ਸੰਤੋਖ ਜੀ, ਠੀਕ ਹੈ ਸੰਤੋਖ ਜੀ, ਕੁਕਲੀ ਸਰਕਾਰ ਫਿਰ ਜਿਹੜੀ ਬਣਨ ਜਾ ਰਹੀ ਹੈ, ਤੁਹਾਡਾ ਯੋਗਦਾਨ ਰਹੂਗਾ? ਦੇਖੋ ਸਾਡਾ ਯੋਗਦਾਨ ਤਾਂ ਡੈਫੀਨਿਟਲੀ ਰਹੂਗਾ, ਮਤਲਬ ਕਿ ਤੁਸੀਂ ਵੀ ਨਾਲ ਜਾਣਾ ਹੀ ਜਾਣਾ ਹੈ। ਨਹੀਂ ਦੇਖੋ ਸਪੋਜ਼ ਅਲਾਈਅੰਸ ਹੋਊਗਾ ਕਿ ਗੌਰਮੈਂਟ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਦੇਖੋ ਸਮਾਂ ਕਿ ਖਤਮ। ਪੋਲਿਟਿਕਸ ਜਿਹੜੀ ਹੈ ਕਿਸੇ ਵੀ ਸੂਬੇ ਦੇਸ਼ ਦੀ, ਉਹ ਹੁੰਦੀ ਆ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ। ਇੱਥੇ ਉਲਟਾ, ਇੱਥੇ ਜਿਹੜੀ ਸਾਡੀ ਪਹਿਲੇ ਰਾਜਨੀਤੀ ਆਪਣੇ ਹੈ ਮਸਲੇ ਹੱਲ ਕਰਕੇ ਫਿਰ ਤੁਹਾਡੇ ਕਰਾਂਗੇ ਨਾ, ਤੇ ਉਹ ਹਿਸਾਬ ਹੈ, ਪਹਿਲੇ ਮੇਰਾ ਮਸਲਾ ਫਿਰ ਤੁਹਾਡਾ ਮਸਲਾ। ਨਹੀਂ, ਮਸਲਾ ਤਾਂ ਸਾਰੇ ਸੂਬੇ ਦਾ ਲੋਕਾਂ ਦਾ ਸਾਂਝਾ ਹੀ ਹੈ। ਤੁਸੀਂ politics ਦੀ ਗੱਲ ਬੇਰੁਜ਼ਗਾਰੀ ਜਿਹੜੀ ਨਹੀਂ, ਮਸਲੇ ਤੇ ਹੀ ਹੈ। ਪੋਲਿਟਿਕਸ ਮਸਲਿਆਂ ਨੂੰ ਹੱਲ ਕਰਨ ਲਈ, ਇੱਥੇ ਪੋਲਿਟਿਕਸ ਜਿਹੜੀ ਹੈ ਮਸਲੇ ਪੈਦਾ ਕਰਨ ਲਈ ਹੈ। ਕੋਈ ਕਿਸੇ ਨੇ ਨਹੀਂ ਦੱਸੋ ਫਿਰ ਅਨਫੋਰਚੂਨੇਟ ਹੈ। ਇਹੀ ਤਾਂ ਮਨਜੀਤ ਸਿੰਘ ਨੇ ਜਿਹੜਾ ਕਿਹਾ ਰਾਜਨੀਤਿਕ ਸੰਕਟ ਜਿਹੜਾ ਇਹੀ ਸੰਕਟ ਠੀਕ ਹੈ, ਹੈ, ਪਰ ਵੀ ਸਾਡੀ ਰਾਜਨੀਤੀ ਸਾਡੇ ਉਲਟ ਹੈ। ਸਾਡੀ ਰਾਜਨੀਤੀ ਸਾਡੇ ਲੋਕ ਪੱਖੀ ਹੋਣੀ ਵਿਰੋਧੀ ਹੈ। ਚਾਹੀਦੀ ਹੈ, ਲੋਕ ਪੱਖੀ ਹੋਣੀ ਚਾਹੀਦੀ ਹੈ। ਪਰ ਸਵਾਲ ਇਹ ਹੈ 10 ਤਰੀਕ ਨੂੰ ਨਤੀਜੇ ਆਣਗੇ, ਦੇਖਣਾ ਬੜਾ ਦਿਲਚਸਪ ਰਹੇਗਾ ਕਿ ਸਰਕਾਰ ਕਿਵੇਂ ਬਣਦੀ ਹੈ। ਅਗਰ ਹੰਗ ਨਹੀਂ ਆਂਦੀ ਤਾਂ ਕਿਸ ਨੂੰ ਜਿਹੜੇ ਲੋਕ ਨੇ ਆਪਣਾ ਫਤਵਾ ਦਿੰਦੇ ਆ।